ਇਕਬਾਣੀ ਚੈਨਲ ਦੇ ਰਾਹੀਂ ਅਸੀਂ ਫਿਰ ਤੋਂ ਜੁੜ ਚੁੱਕੇ ਹਾਂ ਤੁਹਾਡੇ ਨਾਲ ਤੇ ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਬਿਲਕੁਲ ਠੀਕ ਠਾਕ ਹੋਵੋਗੇ। ਪਰਮਾਤਮਾ ਵਾਹਿਗੁਰੂ ਦੀ ਮਿਹਰ ਦੇ ਨਾਲ ਸਾਰੇ ਹੀ ਇਕਬਾਣੀ ਚੈਨਲ ਦੇ ਰਾਹੀਂ ਜੋ ਵੀ ਸਾਡੇ ਇੰਟਰਵਿਊਜ਼ ਹੋ ਰਹੇ ਨੇ ਔਰ ਜੋ ਵੀ ਅਸੀਂ ਤੁਹਾਨੂੰ ਗੁਰੂ ਘਰਾਂ ਦੇ ਦਰਸ਼ਨ ਕਰਵਾ ਰਹੇ ਹਾਂ ਉਹ ਤੁਸੀਂ ਘਰਾਂ ਦੇ ਵਿੱਚ ਬੈਠ ਕੇ ਇਕਬਾਣੀ ਚੈਨਲ ਦੇ ਰਾਹੀਂ ਵੇਖ ਰਹੇ ਹੋਵੋਗੇ। ਔਰ ਹੁਣ ਤੁਸੀਂ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਕਿ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਰਦਾਰ ਪਰਮਜੀਤ ਸਿੰਘ ਜੀ, ਕੇਸ ਆਫਿਸਰ ਨੇ ਇਹ ਔਰ ਡਿਪਟੀ ਚੀਫ ਇਲੈਕਟੋਰਲ ਆਫਿਸਰ ਜੰਮੂ ਪ੍ਰੋਵਿੰਸ ਚ ਨੇ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਕਬਾਣੀ ਚੈਨਲ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਜਿੱਦਾਂ ਆਪਣੀ ਗੱਲਬਾਤ ਹੋਣੀ ਹੋਈ ਹੈ ਕਿ ਇਕਬਾਣੀ ਚੈਨਲ ਦੇ ਰਾਹੀਂ ਅਸੀਂ ਤੁਹਾਡੇ ਨਾਲ ਹੁਣੀ ਜੁੜੇ ਹਾਂ ਔਰ ਜੰਮੂ ਕਸ਼ਮੀਰ ਦੇ ਅੰਦਰ ਤੁਸੀਂ ਆਪਣੀਆਂ ਜਿਹੜਾ ਜੰਮੂ ਪ੍ਰੋਵਿੰਸ ਦੇ ਅੰਦਰ ਆਪਣੀਆਂ ਸੇਵਾਵਾਂ ਦੇ ਰਹੇ ਹੋ ਔਰ ਬਾਖੂਬੀ ਅਸੀਂ ਸੁਣਿਆ ਬਹੁਤ ਹੀ ਇਮਾਨਦਾਰੀ ਦੇ ਨਾਲ ਜਿਹੜਾ ਤੁਸੀਂ ਆਪਣੀਆਂ ਸੇਵਾਵਾਂ ਦੇ ਰਹੇ ਹੋ ਇਸ ਐਟ ਪ੍ਰੈਜ਼ੈਂਟ ਉਸਦੇ ਲਈ ਔਰ ਤੁਹਾਡੀਆਂ ਇਹ ਸੇਵਾਵਾਂ ਦੇ ਲਈ ਅਸੀਂ ਤੁਹਾਨੂੰ ਵਧਾਈ ਵੀ ਦਿੰਦੇ ਹਾਂ ਕਿ ਬਹੁਤ ਹੀ ਜ਼ਿੰਮੇਵਾਰੀਆਂ ਵਾਲੇ ਜਿਹੜੇ ਕੰਮ ਆ ਤੁਸੀਂ ਇਸ ਸਮੇਂ ਜੰਮੂ ਕਸ਼ਮੀਰ ਦੇ ਵਿੱਚ ਕਰ ਰਹੇ ਹੋ ਜੰਮੂ ਪ੍ਰੋਵਿੰਸ ਦੇ ਅੰਦਰ, ਇਹਦੇ ਲਈ ਤੁਸੀਂ ਵਧਾਈ ਦੇ ਪਾਤਰ ਵੀ ਹੋ। ਔਰ ਅਸੀਂ ਅਕਸਰ ਇਕਬਾਣੀ ਚੈਨਲ ਦੇ ਰਾਹੀਂ ਜਿਹੜੇ ਸਾਡੇ ਸਿੱਖ ਸਮਾਜ ਦੇ ਨਾਲ ਸੰਬੰਧਿਤ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਮੱਲਾਂ ਮਾਰੀਆਂ ਨੇ ਉਹਨਾਂ ਨੂੰ ਅਸੀਂ ਇਕਬਾਣੀ ਚੈਨਲ ਦੇ ਰਾਹੀਂ ਰੂਬਰੂ ਕਰਦੇ ਹਾਂ ਔਰ ਉਹਨਾਂ ਹੀ ਸ਼ਖਸੀਅਤਾਂ ਦੇ ਵਿੱਚੋਂ ਇੱਕ ਸ਼ਖਸੀਅਤ ਨੇ ਸਰਦਾਰ ਪਰਮਜੀਤ ਸਿੰਘ ਜੀ ਜਿਹੜੇ ਕਿ ਹੁਣ ਬਤੌਰ ਕੇਸ ਆਫਿਸਰ ਆਪਣੀਆਂ ਜਿਹੜੀਆਂ ਸੇਵਾਵਾਂ ਨੇ ਨਿਭਾ ਰਹੇ ਨੇ। ਔਰ ਸਭ ਤੋਂ ਪਹਿਲਾਂ ਤਾਂ ਮੇਰਾ ਤੁਹਾਨੂੰ ਪਰਮਜੀਤ ਦੀ ਇਹੋ ਮੈਸੇਜ ਕੁਐਸਚਨ ਰਹੇਗਾ ਕਿ ਤੁਹਾਡਾ ਸ਼ੁਰੂ ਤੋਂ ਇਹ ਟੀਚਰ ਸੀਗਾ ਕਿ ਤੁਸੀਂ ਇੱਕ ਹੁੰਦਾ ਨਾ ਕਿ ਦਿਮਾਗ ਦੇ ਅੰਦਰ ਆਪਾਂ ਬਣਾ ਕੇ ਚੱਲਦੇ ਇਸ ਚੀਜ਼ ਨੂੰ ਕਿ ਮੈਂ ਕੇਸ ਆਫਿਸਰ ਹੀ ਬਣਨਾ, ਜਿੱਦਾਂ ਅੱਜ ਕੱਲ ਦੇ ਬੱਚੇ ਨੇ ਇਹ ਬਹੁਤ ਛੋਟੇ ਹੁੰਦੇ ਤੋਂ ਹੀ ਆਪਾਂ 10th ਨਹੀਂ 5th 6th ਤੋਂ ਹੀ ਆਪਾਂ ਡਿਸਾਈਡ ਕਰ ਲੈਂਦੇ ਆ ਕਿ ਮੇਰੀ ਅੱਗੇ ਜਾ ਕੇ ਸਟਰੀਮ ਕੀ ਹੋਏਗੀ, ਮੇਰਾ ਟੀਚਾ ਕੀ ਹੋਏਗਾ, ਮੈਂ ਕੀ ਬਣਨਾ ਹੈ। ਤੁਸੀਂ ਕਦੋਂ ਡਿਸਾਈਡ ਕੀਤਾ ਸੀ? ਕਿਉਂਕਿ ਨੌਜਵਾਨ ਪੀੜ੍ਹੀ ਦੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ। ਅੱਜ ਕੱਲ ਹਰ ਇੱਕ ਦੇ ਜ਼ਿਹਨ ਦੇ ਵਿੱਚ ਇਹ ਕੁਐਸਚਨ ਹੁੰਦਾ ਹੈ। देखो जी रमन जी, सब तो पहले तो मैं इकबाणी चैनल के जिन्ने भी दर्शक उन्होंने मेरे सत श्री अकाल, वाहिगुरू जी का खालसा, वाहिगुरू जी की फतेह। दूसरा मैं ਤੁਹਾਨੂੰ ਮੁਬਾਰਕਬਾਦ ਦਿਆਂਗਾ ਔਰ ਤੁਹਾਡੇ ਸਾਰੇ ਚੈਨਲ ਨੂੰ ਔਰ ਖਾਸ ਕਰਕੇ ਤੁਹਾਡੇ ਡਾਇਰੈਕਟਰ ਔਰ ਜਿਹੜੇ ਵੀ ਇਹਦੇ ਓਨਰ ਹਨ ਮੈਂ ਉਹਨਾਂ ਨੂੰ ਵੀ ਮੁਬਾਰਕਬਾਦ ਦਿਆਂਗਾ ਕਿ ਤੁਸੀਂ ਬਹੁਤ ਵਧੀਆ ਜਿਹੜੀ ਆ ਅਸੀਂ ਤੇ ਕੁਝ ਵੀ ਨਹੀਂ ਕਰ ਰਹੇ ਲੇਕਿਨ ਜੋ ਤੁਸੀਂ ਕਰ ਰਹੇ ਹੋ ਸਮਾਜ ਵਾਸਤੇ ਉਹ ਸ਼ਾਇਦ ਹੀ ਬਹੁਤ ਵੱਡਾ ਕੰਮ ਕਰ ਰਹੇ ਹੋ। तो जिथे तक तुसी पूछा कि टीचा की सी, मैं तुहानू थोड़ा जिहा इस दे बारे दस दियां। मेरा कोई ऐसा ना ही कोई टीचा सी ते ना ही मैं इस लाइन विच मैनू कोई पता सी इधर जाना है जी। मैं एक रिफ्यूजी फैमिली नू बिलोंग करदे हां। 1947 दे रिफ्यूजी हां जिहड़े कि अलग-अलग तुहानू पता अलग-अलग कैंप सन जिहड़े जिस तरह सिंपल कैंप और कैंप चट्ठा इस तरह गोल गुजराल बस्ती है जिहड़ी ये भी एक रिफ्यूजी कैंप सन। उस टाइम इत्थे साडे फादर और उन्होंने नाल बाकी जो लोग ही थे जो सिख समाज के खास करके वो थे उन्होंने आके सैटल होए। उस तो बाद इतने स्कूलिंग मेरी जी है गोल गुजराल हाई स्कूल मैं पढ़िया। इतने मैं एडमिशन लई फस्ट उस टाइम 6 साल की उम्र लिया जाता सी लेकिन मेरी उम्र जी सी 5.5 साल सी। तो मैनू उसलिए उन्होंने 6 महीने 7 महीने बढ़ा के दस के ते उत्थे एडमिशन करवाती क्योंकि 6 साल उस टाइम ये होंदा सी कि 6 साल तो थल्ले जिहड़ी है एडमिशन नहीं होंदी सी स्कूलों में सरकारी, पता होएगा शायद तुहानू भी जी। तो उन्होंने 7 महीने बढ़ा के तो मेरी वो उम्र करके ते उत्थे मैनू एडमिशन करवाती। तो 6 महीने बाद मैनू स्कूल वालियां ने कहा कि भाई तुसी अगली जिहड़ी है प्रमोशन वास्ते तैयार हो जाओ। तो जब मैं घर आके कहा कि मैनू किताबां लै दिओ सैकंड दियां तो उन्होंने कहा भी ये तो अजे तो 6 महीने हुए थे। वो फिर जाके स्कूल पता किया तो उन्होंने कहा नहीं जी ये तो हो गया है कर सिलेबस कंप्लीट हो गया। तो मैं तकरीबन 1.5 साल जो मेरा वो जो सेव हो गया ताकि मैं एक क्लास तो फिर दूसरी क्लास ही 6 महीने चला गया जी। उस तो बाद मैं इतों 10th जी है मैं इतों ही की है और 12th जी है मैं रणबीर स्कूल चों की है। उस तो बाद मैं कॉमर्स कॉलेज ग्रेजुएशन की है BCom। तो फिर उस तो बाद यूनिवर्सिटी जम्मू यूनिवर्सिटी तो लॉ करके फिर मैं वकालत शुरू कर दी। 4-5 साल में जी है वो मैं वकालत की है। उस तो बाद इस लाइन पर आ गया। ये पता भी नहीं सी कि इस लाइन ही जाना है। तो अचानक एक दिन कुछ एग्जाम दिता सी, इंटरव्यू होया। उस तो बाद कुछ देर के बाद पता चलिया कि लिस्ट ना आ गया तो इस लाइन आ गए।
तो मैं ਤੁਹਾਨੂੰ ਇੱਕ ਹੋਰ ਚੀਜ਼ ਦੱਸ ਦੇਵਾਂ ਕਿ ਮੈਂ ਤੇ ਸਮਝਦਾ ਹੀ ਨਹੀਂ ਕਿ ਮੈਂ ਇਸ ਕਾਬਲ ਹਾਂ ਕਿ ਇਸ ਲਾਈਨ ਤੇ ਜਾਣਾ ਔਰ ਇਸ ਪੋਸਟ ਤੇ ਪੁੱਜਣਾ। ਕਿਉਂ? ਉਹਦਾ ਕਾਰਨ, ਸਭ ਤੋਂ ਵੱਡਾ ਕਾਰਨ ਇਹ ਹੈ ਕਿ ਮੈਂ ਜਿਸਲੇ ਇੱਥੋਂ 10th ਪਾਸ ਕੀਤੀ ਹੈ, ਮੇਰੇ ਨਾਲ 13 ਲੜਕੇ ਹੋਰ ਸਨ ਜਿਨ੍ਹਾਂ ਨੇ ਪਾਸ ਕੀਤੀ ਸੀ। ਲੇਕਿਨ ਤੁਹਾਨੂੰ ਮੈਂ ਬੜੀ ਅਜੀਬ ਜੀ ਗੱਲ ਇਹ ਅੱਜ ਮੈਂ ਕਹਿਣਾ ਨਹੀਂ ਚਾਹੁੰਦਾ, ਲੇਕਿਨ ਮੈਂ ਅੱਜ ਇਸ ਚੈਨਲ ਦੇ ਮਾਧਿਅਮ, ਕਿਉਂਕਿ ਕੁਝ ਬੱਚੇ ਐਸੇ ਵੀ ਹੁੰਦੇ ਨੇ ਜਿਹੜੇ ਕਿ ਕਈ ਵਾਰ ਚਲਦੇ ਚਲਦੇ ਜਿਹੜੇ ਉਹ ਥੋੜੇ ਜਿਹੇ ਉਹਨਾਂ ਨੂੰ ਕੋਈ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ। ਅੱਜ ਕੱਲ੍ਹ ਦੇ ਬੱਚੇ ਤਾਂ ਵੈਸੇ ਵੀ ਬੜੇ, ਉਹਨਾਂ ਨੂੰ ਕੋਈ ਪ੍ਰੋਬਲਮ ਛੋਟੀ ਜਿਹੀ ਵੀ ਆ ਜਾਏ ਤਾਂ ਉਹ ਮੁਸ਼ਕਿਲ ਹੋ ਜਾਂਦਾ ਉਹਨਾਂ ਵਾਸਤੇ। ਲੇਕਿਨ ਮੇਰੇ ਨਾਲ ਜਿਹੜੀ ਹੈ ਗ੍ਰੈਜੂਏਸ਼ਨ ਤੱਕ ਮੇਰੇ ਨਾਲ ਇੱਕ ਵੀ ਸਾਥੀ ਜਿਹੜਾ ਨਹੀਂ ਪੁੱਜਿਆ। ਸਾਰੇ ਵਿਚਾਰੇ ਕੋਈ 10th ਕੋਈ 12th ਕੋਈ ਇਸ ਤਰ੍ਹਾਂ ਕਰਕੇ ਉਹ ਸਾਰੇ ਹੀ ਆਪਣੀ ਆਪਣੀ ਜਿਹੜੀ ਹੈ ਉਹ ਕੁਝ ਛੱਡ ਗਏ ਕੁਝ। ਲੇਕਿਨ ਮੈਂ ਜਿਸਲੇ ਪਿੱਛੇ ਮੁੜ ਕੇ ਵੇਖਦਾ ਤੇ ਅੱਜ ਮੈਨੂੰ ਲੱਗਦਾ ਕਿ ਮੈਂ ਤੇ ਇਸ ਕਾਬਲ ਨਹੀਂ ਸਾਂ। ਸ਼ਾਇਦ ਮੇਰੇ ਮਾਂ ਪਿਓ ਦੀ ਇਹ ਮੈਨੂੰ ਅਸੀਸਾਂ ਜਾਂ ਮੇਰੇ ਉੱਪਰ ਗੁਰੂ ਮਹਾਰਾਜ ਦੇ ਮੇਰੇ ਉੱਪਰ ਕੋਈ ਕੀਤਾ। ਅਦਰਵਾਈਜ਼ ਮੈਂ ਨਹੀਂ ਸਮਝਦਾ ਕਿ ਅਗਰ ਮੈਂ ਇਕੱਲਾ ਇੱਥੇ ਇਸ ਮੁਕਾਮ ਤੇ ਪੁੱਜਿਆ, ਮੇਰੇ ਨਾਲ ਦੇ ਸਾਥੀ ਕਾਫੀ ਸਾਰੇ ਵਿਚਾਰੇ ਜਿਹੜੇ ਉਹ ਲਾਈਨ ਤੋਂ ਪਿੱਛੇ ਬਾਅਦ ਵਿੱਚ ਆਏ ਮੇਰੇ ਨਾਲ ਹੋਰ ਕਾਫੀ ਸਾਰੇ ਸਾਥੀ, ਲੇਕਿਨ ਜਿਹੜੇ ਸ਼ੁਰੂ ਤੋਂ ਜੋ ਫਸਟ ਤੋਂ ਜਾਂ ਸੈਕੰਡ ਤੋਂ ਜਾਂ ਥਰਡ ਤੋਂ ਕੋਈ ਵੀ ਬੰਦਾ ਜਿਹੜਾ ਮੇਰੇ ਨਾਲ ਇਸ ਅੱਗੇ ਨਹੀਂ ਚੱਲਿਆ। ਇਸ ਕਰਕੇ ਮੈਂ ਇਹ ਗੁਰੂ ਮਹਾਰਾਜ ਦੀ ਕੋਈ ਦੇਣ ਹੈ ਮੇਰੇ ਤੇ ਉਹ ਕੋਈ ਮੈਨੂੰ ਇਸ ਲਾਈਨ ਤੇ ਲੈ ਆਈ ਔਰ ਇਸ ਮੁਕਾਮ ਤੇ ਪਹੁੰਚਾ ਦਿੱਤਾ। ਮੈਂ ਉਹਨਾਂ ਦਾ ਸ਼ੁਕਰ ਅਦਾ ਕਰਦਾ ਹਾਂ ਜੀ। ਤੁਹਾਡੀ ਆਵਾਜ਼ ਨਹੀਂ ਆ ਰਹੀ, ਆਵਾਜ਼ ਨਹੀਂ ਆ ਰਹੀ ਤੁਹਾਡੀ ਜੀ। ਅਸੀਂ ਜੀ ਹੁਣ ਆ ਰਹੀ ਹੈ ਜੀ 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 ਜੀ। ਜਿੱਦਾਂ ਤੁਸੀਂ ਆਪਣੀ ਜਿਹੜਾ ਦੱਸਿਆ ਗੱਲਾਂ ਦੇ ਰਾਹੀਂ ਅਸੀਂ ਜਾਣਿਆ ਔਰ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਵੀ ਰਹਿੰਦੇ ਹਾਂ। ਔਰ ਜਿੱਦਾਂ ਤੁਸੀਂ ਦੱਸਿਆ ਕਿ ਜਦੋਂ ਤੁਸੀਂ ਸਟੱਡੀ ਕੀਤੀ ਉਦੋਂ ਬਹੁਤ ਸਾਰੇ ਉਤਰਾਅ ਚੜਾਅ ਸਾਡੀ ਪੜ੍ਹਾਈ ਦੇ ਦੌਰਾਨ, ਤੁਹਾਡੀਆਂ ਪੜ੍ਹਾਈਆਂ ਦੇ ਦੌਰਾਨ ਬਹੁਤ ਆਉਂਦੇ ਰਹਿੰਦੇ ਸੀਗੇ। ਲੇਕਿਨ ਜਿੱਦਾਂ ਤੁਸੀਂ ਗੱਲ ਕੀਤੀ ਕਿ ਜਿਹੜੇ ਅੱਜ ਦੇ ਬੱਚੇ ਨੇ ਉਹ ਥੋੜੀ ਜਿਹੀ ਵੀ ਅਗਰ ਉਹਨਾਂ ਨੂੰ ਕਿਤੇ ਲੱਗਦਾ ਕਿ ਮੁਸ਼ਕਿਲ ਪੈਦਾ ਹੋ ਜਾਂਦੀ ਹੈ, ਅਸੀਂ ਬਰਦਾਸ਼ਤ, ਅੱਜ ਕੱਲ ਦੇ ਬੱਚੇ ਜ਼ਿਆਦਾ ਕਹਿੰਦੇ ਨੇ ਨਾ ਮੁਸ਼ਕਿਲਾਂ ਬਰਦਾਸ਼ਤ ਨਹੀਂ ਕਰ ਪਾਉਂਦੇ, ਕਿਉਂਕਿ ਜਿਹੜੀਆਂ ਮੁਸ਼ਕਿਲਾਂ ਦੇ ਵਿੱਚੋਂ ਤੁਸੀਂ ਲੰਘੇ ਹੋ ਉਹ ਸ਼ਾਇਦ ਅਸੀਂ ਅਗਰ ਸਾਡੇ ਹੁਣ ਦੀ ਪੀੜ੍ਹੀ ਦੇ ਮੂਹਰੇ ਉਹ ਜਿਹੜੀਆਂ ਦਿੱਕਤਾਂ ਆਉਣ ਤਾਂ ਸ਼ਾਇਦ ਅਸੀਂ ਨਾ ਪਾਰ ਕਰ ਸਕੀਏ। ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇੰਨਾ ਕਹਿੰਦੇ ਨੇ ਇਹਨਾਂ ਨੂੰ ਸੰਘਰਸ਼ ਹੀ ਕਵਾਂਗੇ, ਇੰਨਾ ਸੰਘਰਸ਼ ਕਰਕੇ ਪੜ੍ਹਨਾ ਫਿਰ ਇਸ ਮੁਕਾਮ ਤੇ ਜਾਣਾ। ਬਿਲਕੁਲ ਆਪਾਂ ਤਾਂ ਕਹਿੰਦੇ ਹਾਂ ਕਿ ਪਰਮਾਤਮਾ ਵਾਹਿਗੁਰੂ ਦੀ ਮਿਹਰ ਦੇ ਨਾਲ ਔਰ ਮਾਤਾ ਪਿਤਾ ਦੀ ਪਰਵਰਿਸ਼ ਦੇ ਨਾਲ ਔਰ ਅੱਛੀ ਨੀਅਤ ਦੇ ਨਾਲ ਹੀ ਇਨਸਾਨ ਇਸ ਮੁਕਾਮ ਨੂੰ ਜਿਹੜਾ ਹਾਸਿਲ ਕਰ ਸਕਦਾ ਹੈ। ਔਰ ਦੂਸਰਾ ਤੁਸੀਂ ਗੁਰੂ ਰਾਮਦਾਸ ਚੈਰੀਟੇਬਲ ਟਰਸਟ ਦੇ ਵਿੱਚ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਹੋ ਜੀ। ਔਰ ਕੀ ਸੇਵਾਵਾਂ ਨੇ, ਆਪਾਂ ਇਹਦੇ ਤੇ ਵੀ ਗੱਲ ਕਰ ਰਹੇ ਹਾਂ, ਤੁਹਾਡੀ ਟਰਸਟ ਦੇ ਰਾਹੀਂ ਕੀ ਸੇਵਾਵਾਂ ਨੇ ਔਰ ਤੁਸੀਂ ਉਹਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਆਪਣੀਆਂ ਸੇਵਾਵਾਂ ਦੇ ਰਹੇ ਹੋ? ਦੇਖੋ ਰਾਮਦਾਸ ਚੈਰੀਟੇਬਲ ਜੀ ਜੀ ਇਹ ਟਰਸਟ ਜਿਹੜੀ ਹੈ ਗੋਲ ਗੁਜਰਾਲ ਵਿੱਚ ਤਕਰੀਬਨ ਅੱਜ ਤੋਂ 5-6 ਸਾਲ ਪਹਿਲੇ ਜਿਹੜੀ ਹੈ ਇਹ ਐਸਟੈਬਲਿਸ਼ ਹੋਈ ਸੀ। ਤਾਂ ਮੈਂ ਅੱਜ ਅਗਰ ਜਿਨ੍ਹਾਂ ਨੇ ਸਟਾਰਟ ਕੀਤੀ ਸੀ, ਮੈਂ ਅਗਰ ਉਹਨਾਂ ਦਾ ਨਾਂ ਨਹੀਂ ਲਾਂਗਾ ਤੇ ਇਹ ਥੋੜਾ ਜਿਹਾ ਠੀਕ ਨਹੀਂ ਹੋਏਗਾ, ਕਿਉਂਕਿ ਜਿਨ੍ਹਾਂ ਨੇ ਐਸਟੈਬਲਿਸ਼ ਕੀਤੀ ਸੀ ਉਹ ਸਰਦਾਰ ਹਰਭਜਨ ਸਿੰਘ, ਜਿਨ੍ਹਾਂ ਦੀ ਡੈਥ ਹੋਣੀ ਕੋਈ ਤਕਰੀਬਨ 10 ਮਹੀਨੇ ਪਹਿਲੇ। ਉਹਨਾਂ ਦੀ ਕਿਉਂਕਿ ਉਹਨਾਂ ਦੀ ਸਿਹਤ ਖਰਾਬ ਸੀ ਤੇ ਉਹਨਾਂ ਨੂੰ ਕੋਈ ਪ੍ਰੋਬਲਮ ਸੀ ਕਾਫੀ ਦੇਰ ਦੀ, ਉਹਨਾਂ ਨੂੰ ਲੀਵਰ ਦੀ ਪ੍ਰੋਬਲਮ ਸੀ। ਤੋ ਹੁਣ ਲੇਟੈਸਟ ਕੋਈ 10 ਮਹੀਨੇ ਪਹਿਲੇ ਉਹ ਕਾਲ ਚਲਾਣਾ ਕਰ ਗਏ। ਇਹ ਸਾਰੀ ਜਿਹੜੀ ਟਰਸਟ ਦੀ ਜਿਹੜੀ ਦੇਣ ਹੈ ਨਾ, ਇਹ ਉਹਨਾਂ ਦੀ ਦੇਣ ਹੈ। ਇਹ ਉਹਨਾਂ ਨੇ ਟਰਸਟ ਜਿਹੜੀ ਹੈ 2015 ਚ ਇਹ ਸਟਾਰਟ ਕੀਤੀ ਸੀ। ਔਰ ਇਸ ਟਰਸਟ ਵਿੱਚ ਸਾਡੇ ਕੋਲ ਇੱਕ ਆਪਣਾ ਡੈਡ ਬਾਡੀ ਕੈਰੀ ਕਰਨ ਵਾਸਤੇ ਇੱਕ ਗੱਡੀ ਹੈ ਐਂਬੂਲੈਂਸ ਟਾਈਪ। ਉਸ ਦੇ ਵਿੱਚ ਕੋਈ ਵੀ ਮੜ ਬਲਾਕ ਵਿੱਚ ਅਸੀਂ ਇਹ ਜਿਹੜੀ ਇਹ ਸੇਵਾਵਾਂ ਅਸੀਂ ਦੇ ਰਹੇ ਹਾਂ। ਮੜ ਬਲਾਕ ਵਿੱਚ ਕੋਈ ਵੀ ਅਗਰ ਕਿਸੇ ਦੀ ਡੈਥ ਹੁੰਦੀ ਹੈ ਸਿੱਖ ਕਮਿਊਨਿਟੀ ਦੀ, ਉਹ ਗੱਡੀ ਜਿਹੜੀ ਹੈ ਅਵੇਲੇਬਲ ਹੈ। ਉਸ ਤੋਂ ਇਲਾਵਾ ਕੋਈ 4-5 ਰੈਫਰੀਜਰੇਟਰ ਜਿਹੜੇ ਡੈਡ ਬਾਡੀ ਰੱਖਣ ਵਾਸਤੇ ਉਹ ਵੀ ਸਾਡੇ ਕੋਲ ਅਵੇਲੇਬਲ। ਉਸ ਤੋਂ ਇਲਾਵਾ ਮੈਟਰਸ ਜਿਹੜੇ ਕੋਈ 400 ਦੇ ਕਰੀਬ ਉਹ ਹਨ। ਮਤਲਬ ਹਰ ਸਮਾਨ ਜਿਹੜਾ 10ਵੇਂ ਤੱਕ ਪ੍ਰੋਵਾਈਡ, ਜਿਹੜਾ ਜੋ ਵੀ ਚੀਜ਼ ਜਿਹੜੀ ਹੈ 10ਵੇਂ ਤੱਕ ਲੱਗਦੀ ਹੈ, ਚਾਹੇ ਉਹ ਭੱਠੀਆਂ ਹਨ, ਚਾਹੇ ਉਹ ਪੱਖੇ ਹਨ, ਮਤਲਬ ਕੋਈ ਵੀ ਸਪੀਕਰ ਹਨ, ਕੋਈ ਵੀ ਚੀਜ਼ ਜਿਹੜੀ ਹੈ ਸਾਡੇ ਕੋਲ ਸਭ ਚੀਜ਼ਾਂ ਜਿਹੜੀਆਂ ਅਵੇਲੇਬਲ ਹਨ ਇਸ ਟਰਸਟ ਤੇ। ਔਰ ਫ੍ਰੀ ਆਫ ਕਾਸਟ ਅਸੀਂ ਜਿਹੜੀ ਹੈ ਸੇਵਾਵਾਂ ਜਿਹੜੀਆਂ ਨਿਭਾ ਰਹੇ ਹਾਂ। ਜਿਹੜੀ ਮੈਂ ਗੱਲ ਕੀਤੀ ਹੈ ਕਿ ਉਹ ਸਰਦਾਰ ਸਾਹਿਬ ਜਿਹੜੇ ਹਰਭਜਨ ਸਿੰਘ ਹੋਰੀ, ਉਹਨਾਂ ਨੇ ਇਹ ਜਿਹੜੀ ਹੈ ਲੈਂਡ ਜਿਹੜੀ ਹੈ ਉਹਨਾਂ ਨੇ ਆਪਣੀ ਲੈਂਡ ਸੀ ਉਹਨਾਂ ਦੀ, ਉੱਥੇ ਉਹਨਾਂ ਨੇ ਕੰਸਟਰਕਸ਼ਨ ਕੀਤੀ। ਕੰਸਟਰਕਸ਼ਨ ਕਰਕੇ ਇੱਕ ਸਟੋਰ ਬਣਾਇਆ ਬਹੁਤ ਵੱਡਾ, ਇੱਕ ਆਫਿਸ ਬਣਾਇਆ। ਤੋ ਇਹ ਸਮਾਨ ਵੀ ਤਕਰੀਬਨ ਸਾਰਾ ਸਮਾਨ ਜਿਹੜਾ ਉਹਨਾਂ ਨੇ ਪ੍ਰੋਵਾਈਡ ਕਰਾਇਆ। ਉਸ ਤੋਂ ਬਾਅਦ ਥੋੜਾ ਜਿਹਾ ਸਮਾਨ ਕੁਝ ਜਿਹੜਾ ਟਰਸਟ ਤੇ ਅਸੀਂ ਕੋਸ਼ਿਸ਼ ਕਰਕੇ ਲਿਆ। ਬਾਕੀ ਇਹ ਸਾਰਾ ਜਿਹੜਾ ਉਹਨਾਂ ਨੇ, ਔਰ 5-6 ਸਾਲ ਤੋਂ ਅਸੀਂ ਹਰ ਸਾਲ ਅਸੀਂ ਜਿਹੜਾ ਇਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਰਵ ਹੈ
ਅਗਰ ਅਕਤੂਬਰ ਨਵੰਬਰ ਵਿੱਚ ਆਉਂਦਾ ਹੈ ਨਾਰਮਲੀ, ਤੇ ਅਸੀਂ ਉਸਲੇ ਇੱਕ ਹਫ਼ਤੇ ਦੇ ਬਾਅਦ ਇਹ ਪ੍ਰੋਗਰਾਮ ਵੱਡੇ ਪੱਧਰ 'ਚ ਕਰਦੇ ਹਾਂ ਅਸੀਂ ਉੱਥੇ ਹੀ। ਤੋ ਰਾਤ ਦਾ ਪ੍ਰੋਗਰਾਮ ਕਰਦੇ ਹਾਂ ਅਸੀਂ, 12 ਤੋਂ 2 ਵਜੇ ਤੱਕ ਸਮਾਪਤੀ ਹੁੰਦੀ ਹੈ। ਔਰ ਮੈਂ ਇੱਕ ਵਾਰ ਫਿਰ ਤੁਹਾਡਾ ਸ਼ੁਕਰੀਆ ਦਾ ਇਸ ਵਾਸਤੇ ਕਰਾਂਗਾ ਕਿਉਂਕਿ ਇੱਕ ਬਾਣੀ ਚੈਨਲ ਨੇ 4 ਸਾਲ ਹੋ ਗਏ ਤਕਰੀਬਨ ਉਹ ਸਾਡੀ ਕਵਰੇਜ, ਚਾਹੇ ਉਹ ਰਿਕਾਰਡਿੰਗ ਹੈ ਚਾਹੇ ਉਹ ਲਾਈਵ ਹੈ, ਉਹ ਕਰ ਰਹੇ ਨੇ ਉੱਥੇ। ਇਸ ਵਾਰ ਕਿਉਂਕਿ ਕੋਵਿਡ-19 ਦੀ ਵਜ੍ਹਾ ਨਾਲ ਅਸੀਂ ਫਿਰ ਉਹ ਲੰਬੇ ਪੱਧਰ ਵਿੱਚ ਨਹੀਂ ਕਰ ਸਕੇ, ਅਸੀਂ ਉਹ ਸ਼ਾਰਟ ਹੀ ਪ੍ਰੋਗਰਾਮ ਉੱਥੇ ਪਾਠ ਰਖਾ ਕੇ ਤੇ ਉਹਦੀ ਸਮਾਪਤੀ ਕਰਤੀ ਹੈ। 4-5 ਸਾਲ ਅਸੀਂ ਜਿਹੜਾ 5 ਸਾਲ ਤੋਂ 6 ਸਾਲ ਤੋਂ ਅਸੀਂ ਲਗਾਤਾਰ ਜਿਹੜਾ ਇਹ ਪ੍ਰੋਗਰਾਮ ਕਰ ਰਹੇ ਹਾਂ। ਔਰ ਮੜ ਬਲਾਕ ਵਿੱਚ ਖਾਸ ਕਰਕੇ ਇਹ ਸੇਵਾਵਾਂ ਜਿਹੜੀਆਂ ਅਸੀਂ ਫ੍ਰੀ ਆਫ ਕਾਸਟ ਵਿਦਆਊਟ ਐਨੀ ਮਤਲਬ ਪੈਨੀ ਅਸੀਂ ਜਿਹੜੀ ਹੈ ਉਹ ਅਸੀਂ ਜਿਹੜੀ ਹੈ ਸੇਵਾਵਾਂ ਕਰਵਾ ਰਹੇ ਹਾਂ, ਜਿਹਦੇ ਵਿੱਚ ਕਾਫੀ ਸਾਰੇ ਸਾਡੇ ਜਿਹੜੇ ਨੌਜਵਾਨ ਹਨ ਇੱਥੇ ਦੇ ਉਹ ਪਾਰਟਿਸਿਪੇਟ, ਤਕਰੀਬਨ 40 ਦੇ ਕਰੀਬ ਮੈਂਬਰ ਹਨ, 40-50 ਮੈਂਬਰ ਹੈ ਜਿਹੜਾ ਉਹ ਕੰਟਰੀਬਿਊਟ ਕਰਦੇ ਹਾਂ ਅਸੀਂ ਆਪਸ ਵਿੱਚ ਕੰਟਰੀਬਿਊਟ ਕਰਕੇ ਤੇ ਉਹ ਸੇਵਾਵਾਂ ਜਿਹੜੀਆਂ ਅਸੀਂ ਨਿਭਾ ਰਹੇ ਹਾਂ। ਜੀ ਵੀਰ ਜੀ, ਔਰ ਅਗਰ ਗੱਲ ਕੀਤੀ ਜਾਵੇ ਇਸ ਟਰਸਟ ਦੇ ਨਾਲ ਜੁੜਿਆਂ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਔਰ ਕਿਸ ਤਰ੍ਹਾਂ ਦੇ ਨਾਲ ਲੱਗਿਆ ਕਿ ਤੁਹਾਨੂੰ ਫੀਲ ਹੋਇਆ ਕਿ ਮੈਨੂੰ ਸੇਵਾ ਕਰਨੀ ਚਾਹੀਦੀ ਹੈ ਇਸ ਟਰਸਟ ਦੇ ਵਿੱਚ ਆ ਕੇ? ਦੇਖੋ ਜੀ, ਮੈਂ ਇਹ ਟਰਸਟ ਜਿਹੜੀ ਹੈ ਸਟਾਰਟ ਹੋਈ ਹੈ ਤੇ ਮੈਨੂੰ ਉਹਨਾਂ ਨੇ ਅਪਰੋਚ ਕੀਤਾ, ਮੈਨੂੰ ਕਹਿਣ ਲੱਗੇ ਕਿ ਤੈਨੂੰ ਵੀ ਇਹ ਸੇਵਾ ਜਿਹੜੀ ਅਸੀਂ ਦੇਣੀ ਹੈ, ਤੂੰ ਕਰਨੀ ਹੈ ਸੇਵਾ। तो एक्चुअली मैं उस वक्त बतौर असिस्टेंट कमिश्नर रेवेन्यू रजौरी पोस्टेड सी 2015 जिसले स्टार्ट हुई है। तो मैं क्या कि मेरे को क्योंकि टाइम उतों मैं 1 महीने तकरीबन या 25 दिन के बाद या 1 महीने के बाद घर आता सी, तो मैं क्या मेरे को टाइम मैं ऑलरेडी मेरा उत्थे मुश्किल हो जाती है, तो मैं टाइम नहीं दे पावांगा, इस करके मेरी जी है सेवावां जिहड़ियां बड़ियां मुश्किल हैं। लेकिन उस तो बाद जो उन्होंने ज़्यादा फोर्स किया तो मैं यस कर छड़ी। लेकिन एक गल मैं तुहानूं अज फिर मैं एक क्लीयर कर रहा, ये सारे जिहड़े दर्शक देख रहे हैं उन्होंने भी ये जिहड़ी है इस चीज़ का मैं दसां कि सेवावां जिहड़ियां ना ये तुसीं अपनी मर्जी नाल नहीं कर सकते। ये गुरु साहब जिसले तुहाडे कोल लैणगे ना सेवावां, ये उसले तुहाडे कोई तुसीं जिन्ना मर्जी उपराला कर लो, लेकिन ये गुरु साहब जिसले तुहाडे कोल लैणियां ने उन्होंने सेवावां ते लै लैणियां उन्होंने। उस तो बाद फिर मैं इन्हों कहा कि चलो ठीक है, फिर मेरी ट्रांसफर 2-2.5-3 साल में 3.25 साल उत्थे रहा एज ए बतौर असिस्टेंट कमिश्नर रेवन्यू। फिर उस तो बाद जम्मू आ गया, हूँ तकरीबन 3-3.5 साल हो गए मैं जम्मू ही हाँ। तो असी हर मंथली मीटिंग करते हैं उत्थे, एक तो थोड़ी जी गैट टूगैदर हो जाती है, कोविड की वजह नाल असी स्किप कीतियां काफ़ी सारी मीटिंग्स, अदरवाइज साडी मंथ मीटिंग होती है, उत्थे असी मीटिंग एक तो इंटरैक्शन होती है, फिर असी फरदर इहदा किस तरह स्ट्रेंथन करना है ट्रस्ट नूं, तो वो असी जिहड़ा ये तकरीबन 6 साल तो मैं जिहड़ा इहदे नाल वाबस्ता इस ट्रस्ट दे नाल। और तुसी जिस तरह दस्सिया कि जिन्ने भी मैंबर ने तुसी 40-50 की गिनती जिहड़ी मैंबरां दी दसी हुई है और सारे अपने कंट्रीब्यूशन दसवंध दे राही ही जिहड़ी ये सारी सेवा चलदी है तुहाडे सारिਆਂ ਦੇ दसवंध दे राही ही। और तुसी बड़ी निमानता दे नाल कहा कि तुसी इस लायक नहीं सी ਅੱਜ जिस पोस्ट ਦੇ ਉੱਤੇ ਤੁਸੀਂ ਹੋ, ਤੁਸੀਂ ਬੜੀ ਨਿਮਰਤਾ ਜਿਹਨੂੰ ਕਹਿੰਦੇ ਨਿਮਾਣੇ ਜੇ ਬਣ ਕੇ ਇਹ ਗੱਲ ਕਹੀ। ਲੇਕਿਨ ਤੁਸੀਂ ਬਾਅਦ ਦੇ ਵਿੱਚ ਕਮੈਂਟਸ ਪੜ੍ਹਿਓ, ਜਿੰਨੇ ਵੀ ਤੁਹਾਨੂੰ ਕਮੈਂਟਸ ਆਏ ਨੇ ਸਾਰਿਆਂ ਨੇ ਹੀ ਇਹ ਲਿਖਿਆ ਕਿ ਤੁਸੀਂ ਡਿਜ਼ਰਵ ਕਰਦੇ ਸੀ। ਔਰ ਇਸ ਨੂੰ ਆਪਾਂ ਬੜੇ ਕਵਾਂਗੇ ਕਿ ਬੜੇ ਹੀ ਤੁਸੀਂ ਸਹਿਜ ਭਾਵ ਦੇ ਨਾਲ ਇਹ ਚੀਜ਼, ਇੱਕ ਹੁੰਦਾ ਹੈ ਕਿ ਜਦੋਂ ਆਪਾਂ ਬਹੁਤ ਜ਼ਿਆਦਾ ਬੁਲੰਦੀਆਂ ਤੇ ਪਹੁੰਚ ਜਾਂਦੇ ਹਾਂ ਤਾਂ ਕਿਤੇ ਨਾ ਕਿਤੇ ਸਾਨੂੰ ਲੱਗਦਾ ਕਿ ਮੈਂ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ, ਮੈਂ ਇਸ ਚੀਜ਼ ਦਾ ਹੱਕਦਾਰ ਵੀ ਸੀ। ਲੇਕਿਨ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਇਹ ਚੀਜ਼ ਕਹਿੰਦੇ ਨੇ ਕਿ ਸ਼ਾਇਦ ਮੈਂ ਇਸ ਚੀਜ਼ ਦੇ ਕਾਬਿਲ ਨਹੀਂ ਸੀ ਜੋ ਮੈਨੂੰ ਸਾਰਾ ਕੁਝ ਮਿਲਿਆ। ਇਸ ਨੂੰ ਆਪਾਂ ਨਿਮਰਤਾ ਜੀ, ਨਿਮਾਨਤਾ ਵੀ ਕਹਿ ਸਕਦੇ ਹੋ। ਔਰ ਇਹਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੁਹਾਡੇ ਵਿੱਚ ਉਹ ਹੈ, ਔਰ ਇਸ ਦੇ ਲਈ ਅਸੀਂ ਤੁਹਾਨੂੰ ਇਹ ਵੀ ਕਵਾਂਗੇ ਕਿ ਤੁਹਾਨੂੰ ਇਸ ਚੀਜ਼ ਦੀ ਵੀ ਵਧਾਈ ਹੈ ਕਿ ਚਲੋ ਇਸ ਕਲਯੁਗ ਦੇ ਵਿੱਚ ਵੀ ਇਸ ਤਰ੍ਹਾਂ ਦੇ ਨਾਲ ਕਹਿਣਾ ਔਰ ਇਸ ਤਰ੍ਹਾਂ ਦੇ ਨਾਲ ਚੱਲਣਾ ਬਹੁਤ ਘੱਟ ਲੋਕ ਹੀ ਜਿਹੜੇ ਸਾਨੂੰ ਜੋ ਸੱਚ ਹੈ ਮੈਂ ਤੁਹਾਨੂੰ ਦੱਸ ਦਿੱਤਾ। ਮੈਂ ਹੁਣ ਐਵੇਂ ਵਡਿਆਈ ਕਰਾਂ ਕਿ ਨਹੀਂ ਜੀ ਮੈਂ ਇਹ ਕੀਤਾ, ਮੈਂ ਜੋ ਸਚਾਈ ਹੈ ਮੈਂ ਤੁਹਾਨੂੰ ਦੱਸ ਦਿੱਤੀ ਹੈ ਕਿ ਇਹ ਸਚਾਈ ਹੈ। ਜੀ ਜੀ। ਔਰ ਇਸ ਕੋਵਿਡ ਦੇ ਦੌਰਾਨ ਵੀ ਤੁਹਾਡੀ ਜਿਹੜੀ ਡਿਊਟੀਆਂ ਨੇ ਉਹ ਕੰਟੀਨਿਊ ਨੇ ਜਿੱਦਾਂ ਲਾਕਡਾਊਨ ਦੇ ਦੌਰਾਨ? ਨਹੀਂ, ਐਕਚੁਅਲੀ ਸਾਡਾ ਜਿਹੜਾ ਨਾ ਇਲੈਕਸ਼ਨ ਅਸੀਂ ਸਾਡਾ ਇੱਕ ਸੈਪਰੇਟ ਡਿਪਾਰਟਮੈਂਟ ਹੈ, ਤੇ ਸਾਡਾ ਜਿਹੜਾ ਇਲੈਕਸ਼ਨ ਹੈ ਇਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਹਨੂੰ ਮੋਨੀਟਰ ਕਰਦਾ ਹੈ। ਤੇ ਸਾਡੀ ਜਿਹੜੀ ਇਸ ਵਕਤ ਇਲੈਕਸ਼ਨ ਅਸੀਂ ਪਿੱਛੇ DDC ਦੀ ਇਲੈਕਸ਼ਨ ਸੀ, ਉਹ ਇਲੈਕਸ਼ਨ ਦੇ ਦੌਰਾਨ ਅਸੀਂ ਇਲੈਕਸ਼ਨ ਕਰਵਾਈ 2-3 ਮਹੀਨੇ। ਅਦਰਵਾਈਜ਼ ਸਾਡਾ ਜਿਹੜਾ ਕੋਵਿਡ ਦੇ ਰਿਲੇਟਿਡ ਆਫੀਸ਼ੀਅਲੀ ਕੋਈ ਇਸ ਤਰ੍ਹਾਂ ਦਾ ਲਿੰਕ ਨਹੀਂ ਆਇਆ, ਕਿਉਂਕਿ ਅਸੀਂ ਇਲੈਕਸ਼ਨ ਦੇ ਅੰਡਰ ਹਾਂ ਔਰ ਅਸੀਂ ਡੈਪੂਟੇਸ਼ਨ ਤੇ ਆਵੇਂ, ਔਰ ਮੇਰਾ ਕੰਟਰੋਲ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਮੈਨੂੰ ਕਰ ਰਿਹਾ। तो मैनू JNK ਦੇ ਜਿਹੜੀ इत्थों ਜਿਹੜੀ गवर्नमेंट आई है इत्थे दे ਉਹ ਮੈਨੂੰ ਜਿਹੜਾ डेपूटेशन ਤੇ ਆ मैं इस करके मैनू किधर मेरी ड्यूटी एडिशनल नहीं लगा सकते। तो मेरा इसलिए इलेक्शन का तो इलेक्शन इसलिए वैसे नहीं है, तो 2-3 महीने इलेक्शन सी तो उस दौरान असी इलेक्शन जी है वो करवाई।
ਜੀ ਵੀਰ ਜੀ, ਹੁਣ ਆਪਾਂ ਥੋੜੀ ਜੀ, ਵੈਸੇ ਤੇ ਅਸੀਂ ਜਦੋਂ ਵੀ ਗੱਲਬਾਤ ਸਟਾਰਟ ਕਰਦੇ ਹਾਂ ਤੇ ਹੁਣ ਦੇ ਹਾਲਾਤਾਂ ਦੇ ਹਿਸਾਬ ਦੇ ਨਾਲ ਕੋਵਿਡ ਤੋਂ ਹੀ ਸਟਾਰਟ ਕਰਦੇ ਹਾਂ, ਲੇਕਿਨ ਆਪਾਂ ਕੋਵਿਡ ਦੇ ਉੱਪਰ ਵੀ ਜ਼ਿਆਦਾ ਇਸ ਕਰਕੇ ਨਹੀਂ ਹੁਣ ਗੱਲ ਕਰਦੇ ਕਿ ਲੋਕ ਹੁੰਦਾ ਕਿ ਥੋੜਾ ਚੇਂਜ ਵੀ ਆਪਾਂ, ਜਿੱਦਾਂ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਨੇ, ਲੋਕਾਂ ਨੂੰ ਕੁਝ ਹੋਰ ਵੀ ਸੁਣਨ ਨੂੰ ਮਿਲਿਆ ਹੈਗਾ, ਔਰ ਕਾਫੀ ਸਾਰੇ ਲੋਕ ਆ ਜਿਹੜੇ ਤੁਹਾਨੂੰ ਪਸੰਦ ਕਰਦੇ ਨੇ, ਉਹ ਤੁਹਾਨੂੰ ਹੁਣ ਲਾਈਵ ਵੀ ਦੇਖ ਰਹੇ ਨੇ। ਇਹਦੇ ਕਰਕੇ ਥੋੜੀ ਮਤਲਬ ਮੈਂਟਲੀ ਸਟ੍ਰੈਸ ਵੀ ਘੱਟ ਹੁੰਦਾ, ਔਰ ਸਾਡਾ ਮਾਈਂਡ ਵੀ ਡਾਇਵਰਟ ਜਿਹੜਾ ਹੁੰਦਾ ਹੈ ਕਿਤੇ ਨਾ ਕਿਤੇ। ਉਹ ਵੀ ਕੋਵਿਡ ਦੀ ਗੱਲ ਕਰਨਾ ਵੀ ਜ਼ਰੂਰੀ ਬਣ ਜਾਂਦੀ ਹੈ, ਕਿਉਂਕਿ ਸਮੇਂ ਦੀ ਜਿਹੜੀ ਇਹ ਸਮਾਂ ਜਿਹੜਾ ਚੱਲ ਰਿਹਾ, ਉਹਦੇ ਦੇ ਵਿੱਚ ਕੋਵਿਡ ਦਾ ਦੌਰ ਤੇ ਹੈ ਹੀ ਹੈ। ਹੁਣ ਜਿੱਦਾਂ ਅਗਰ ਆਪਾਂ ਇਸ ਕਰੋਨਾ ਮਹਾਮਾਰੀ ਦੀ ਗੱਲ ਕੀਤੀ ਜਾਵੇ, ਤਾਂ ਉਸਦੇ ਵਿੱਚ ਜਿੱਦਾਂ ਤੁਸੀਂ ਕਿਹਾ ਕਿ ਤੁਸੀਂ ਟਰਸਟ ਦੇ ਨਾਲ ਜੁੜੇ ਹੋਏ ਹੋ, ਕੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ, ਉਹ ਵੀ ਤੁਸੀਂ ਦੱਸਿਆ। ਤੇ ਗੁਰੂ ਰਾਮਦਾਸ ਚੈਰੀਟੇਬਲ ਟਰਸਟ ਇਸ ਸਮੇਂ ਕੋਵਿਡ ਦੇ ਦੌਰਾਨ ਵੀ ਇਹਨਾਂ ਦੇ ਰਾਹੀਂ ਕੋਈ ਸੇਵਾ ਦਿੱਤੀ ਜਾ ਰਹੀ ਹੈ ਜਾਂ ਕੁਝ ਸੋਚਿਆ ਜਾ ਰਿਹਾ ਹੈ? ਦੇਖੋ, ਇਸ ਦੇ ਚ ਅਸੀਂ ਜਿਹੜੇ ਸਟਾਰਟ ਕੋਵਿਡ ਮਾਰਚ 2020 ਚ, ਸ਼ਾਇਦ 18 ਜਾਂ 20 ਨੂੰ ਲਾਕਡਾਊਨ ਲੱਗਿਆ ਸੀ 2020 ਚ ਮਾਰਚ ਦੇ, तो उस टाइम ਅਸੀਂ ਕੋਈ ਮਈ ਦੇ ਮਹੀਨੇ ਚ ਅਸੀਂ ਸਟਾਰਟ ਅਸੀਂ ਕੀਤਾ ਸੀ ਗੋਲ ਗੁਜਰਾਲ ਤੋਂ ਟਰਸਟ ਦੇ ਤਰਫੋਂ। 50 ਦੇ ਕਰੀਬ ਫੈਮਿਲੀ ਜਿਹੜੀਆਂ ਬੜੀਆਂ ਡਿਜ਼ਰਵਿੰਗ ਫੈਮਿਲੀ, ਕਿਉਂਕਿ ਲਾਕਡਾਊਨ ਲੱਗ ਗਿਆ 2-3 ਮਹੀਨੇ, ਤੋਂ ਅਸੀਂ 50 ਫੈਮਿਲੀਜ਼ ਨੂੰ 2-2 ਮਹੀਨੇ ਦਾ ਰਾਸ਼ਨ ਜਿਹੜਾ ਟਰਸਟ ਦੇ ਤਰਫੋਂ ਅਸੀਂ ਜਿਹੜਾ ਉਹ ਡਿਸਟ੍ਰੀਬਿਊਟ ਕੀਤਾ ਸੀ। ਉਸ ਤੋਂ ਬਾਅਦ ਫਿਰ ਕਿਉਂਕਿ ਜਿਸਲੇ ਅਸੀਂ ਸੇਵਾਵਾਂ ਸ਼ੁਰੂ ਕੀਤੀਆਂ ਤੇ ਨਾਲ ਹੀ ਫਿਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ, ਤੁਹਾਨੂੰ ਪਤਾ ਹੋਏਗਾ, ਤੁਸੀਂ ਵੀ ਸ਼ਾਇਦ ਇੰਟਰਵਿਊ ਕੰਡਕਟ ਕੀਤਾ ਹੋਏਗਾ, ਡਿਸਟ੍ਰਿਕਟ ਕਮੇਟੀ ਉਹਨੇ ਵੀ ਕਾਫੀ ਵੱਡੇ ਪੱਧਰ ਤੇ ਜਿੱਥੇ ਵੀ ਰਿਜ਼ਰਵਿੰਗ ਜਿਹੜੇ ਸਨ, ਉਸ ਤੋਂ ਬਾਅਦ ਹੋਰ ਕਾਫੀ ਸਾਰੇ, ਕਿਉਂਕਿ ਜਿਸਲੇ ਤੁਸੀਂ ਸ਼ੁਰੂਆਤ ਕਰੋ ਨਾ, ਉਸ ਤੋਂ ਬਾਅਦ ਫਿਰ ਲਾਈਨ ਜਿਹੜੀ ਆ ਉਹ ਇਹ ਦੇਖ ਕੇ ਤਾਂ ਹੋ ਜਾਂਦਾ ਸ਼ੁਰੂ। ਅਸੀਂ ਕੋਸ਼ਿਸ਼ ਇਹ ਕੀਤੀ ਸੀ ਕਿ ਜਿਸਲੇ ਅਸੀਂ 50 ਦੇ ਕਰੀਬ ਫੈਮਿਲੀ ਜਿਹੜੀਆਂ ਸਾਡੀਆਂ ਗੋਲ ਗੁਜਰਾਲ ਦੀਆਂ, ਉਹਨਾਂ ਨੂੰ ਦਿੱਤਾ ਸੀ, ਤੇ ਅਸੀਂ ਕੋਸ਼ਿਸ਼ ਪਹਿਲੇ ਇਹ ਸੀ ਸਾਡੀ ਕਿ ਪਤਾ ਵੀ ਨਾ ਚੱਲੇ ਕਿਸੇ ਨੂੰ ਤੇ ਅਸੀਂ ਉਹਨਾਂ ਨੂੰ ਦੇ ਦਈਏ। ਲੇਕਿਨ ਥੋੜਾ ਜਿਹਾ ਇਸ ਕਰਕੇ ਥੋੜਾ ਹਾਈਲਾਈਟ ਕਰਨਾ ਪਿਆ ਕਿ ਭਈ ਇਹ ਕੀਤਾ ਤਾਂ ਕਿ ਜੋ ਜਿਹੜੇ ਲੋਕ ਸੁੱਤੇ ਦੇ ਉਹਨਾਂ ਨੂੰ ਥੋੜੀ ਜਾਗਰੂਕ ਆਏ। ਔਰ ਉਸ ਤੋਂ ਬਾਅਦ ਤੇ ਤੁਸੀਂ ਮਤਲਬ ਤੁਸੀਂ ਦੇਖ ਰਹੇ ਹੋ ਕਿ ਸਿੱਖ ਕਮਿਊਨਿਟੀ ਦੀ, ਮੈਂ J&K ਦੀ ਨਹੀਂ ਗੱਲ ਕਰਾਂਗਾ, ਮੈਂ ਆਲ ਓਵਰ ਵਰਲਡ ਗੱਲ ਕਰਾਂਗਾ ਕਿ ਇਸ ਲਈ ਜੋ ਸੇਵਾਵਾਂ ਸਿੱਖ ਕਮਿਊਨਿਟੀ ਦੇ ਰਹੀ ਹੈ ਉਹ ਕਿਸੇ ਤੋਂ ਛੁਪੀਆਂ ਨਹੀਂ, ਚਾਹੇ ਕੋਈ ਮੀਡੀਆ ਦਿਖਾ ਰਿਹਾ ਜਾਂ ਨਹੀਂ ਦਿਖਾ ਰਿਹਾ, ਤੁਸੀਂ ਬੜੀ ਕੋਸ਼ਿਸ਼ ਕਰ ਰਹੇ ਹੋ। ਲੇਕਿਨ ਜੋ ਸਿੱਖ ਕਮਿਊਨਿਟੀ ਦੀਆਂ ਸੇਵਾਵਾਂ ਬਾਕੀ ਵੀ ਕਰ ਰਹੇ, ਮੈਂ ਨਹੀਂ ਕਹਿ ਰਿਹਾ ਕੋਈ ਨਹੀਂ ਕਰ ਰਹੀ, ਗਵਰਨਮੈਂਟ ਵੀ ਕਰ ਰਹੀ ਹੈ ਕੰਮ, ਲੇਕਿਨ ਜੋ ਸਿੱਖ ਕਮਿਊਨਿਟੀ ਕਰ ਰਹੀ ਹੈ ਉਹ ਤਾਂ ਮੈਂ ਕਹਿੰਦਾ ਕਿ ਇਹ ਇੱਕ ਗੋਲਡਨ ਪੀਰੀਅਡ। ਬੇਸ਼ੱਕ ਕੋਵਿਡ ਵਿੱਚ ਅਸੀਂ ਬੜੇ ਸਾਰੇ ਜਿਹੜੇ ਸਾਡੇ ਜਿਹੜੇ ਇੰਟੈਲੈਕਚੁਅਲ ਹਨ ਉਹਨਾਂ ਦੀ ਜਾਨਾਂ ਗਈਆਂ। ਸਭ ਤੋਂ ਪਹਿਲੇ ਤਾਂ ਸਾਡੇ ਕੋਵਿਡ ਵਿੱਚ ਜਿਹੜੇ ਨਿਰਮਲ ਸਿੰਘ ਖਾਲਸਾ ਜਿਹੜੇ ਰਾਗੀ ਸਨ, ਜਿਨ੍ਹਾਂ ਨੂੰ ਪਦਮ ਸ਼੍ਰੀ ਸਭ ਤੋਂ ਉਹਨਾਂ ਦੀ, ਕਿਉਂਕਿ ਉਹ ਸਟਾਰਟ ਵਿੱਚ ਸ਼ਾਇਦ ਮਈ ਦੇ ਮਹੀਨਾ ਸੀ ਜਾਂ ਕੋਈ ਇਸ ਤਰ੍ਹਾਂ ਦਾ, ਮੈਨੂੰ ਐਗਜ਼ੈਕਟਲੀ ਯਾਦ ਨਹੀਂ, ਅਪ੍ਰੈਲ ਜਾਂ ਮਈ 'ਚ ਡੈਥ ਹੋਈ ਹੈ। ਔਰ ਬਹੁਤ ਵੱਡਾ ਇੱਕ ਘਾਟਾ ਜਿਹੜਾ ਕੌਮ ਨੂੰ ਵੀ ਹੋਇਆ। ਔਰ ਉਹਨਾਂ ਦੀ ਮੈਂ ਫੇਸਬੁੱਕ ਵਿੱਚ ਜਿਹੜੇ ਉਹਨਾਂ ਦੇ ਇੰਟਰਵਿਊ ਸੁਣੇ, ਉਹ ਕਿਆ ਕਮਾਲ ਦੇ, ਉਹ ਉਹਨਾਂ ਨੂੰ ਗਿਆਨ ਸੀ ਕਿਤਨਾ ਵੱਡਾ। ਔਰ ਦੇਖੋ ਇਸ ਦੇ ਇਲਾਵਾ ਹੋਰ ਬੜੇ ਸਾਰੇ ਸਾਡੇ ਜਿਹੜੇ ਲੋਕੀ, ਸਾਡੇ ਕਿਤਨੀਆਂ ਜਾਨਾਂ। ਔਰ ਮੈਂ ਇੱਕ ਗੱਲ ਹੋਰ ਤੁਹਾਡੇ ਚੈਨਲ ਦੇ ਮਾਧਿਅਮ ਚੋਂ ਮੇਰੀ ਇੱਕ ਅਪੀਲ ਹੱਥ ਜੋੜ ਕੇ ਵੀ, ਸਾਰੇ ਬੜੇ ਸੇਵਾ ਜਿਹੜੇ ਸਾਡੀ ਸਿੰਬਲ ਕੈਂਪ ਜਾਂ ਦੂਸਰੇ ਜਿਤਨੇ ਵੀ ਉਹ ਤੁਸੀਂ ਦਿਖਾਉਂਦੇ ਵੀ ਹੋ ਲਾਈਵ ਕਰਮੇਸ਼ਨ ਦਾ, ਕੋਵਿਡ ਦੀ ਜਿਹੜੀ ਕਰਮੇਸ਼ਨ ਕਰ ਰਹੇ ਨੇ, ਕਿਉਂਕਿ ਇਸ ਲਈ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਬੇਟਾ ਮਾਂ ਦੀ ਕਰਮੇਸ਼ਨ ਵਿੱਚ ਨਹੀਂ ਆ ਰਿਹਾ, ਬਾਪ ਦੀ ਕਰਮੇਸ਼ਨ ਵਿੱਚ ਭੈਣ ਭਰਾ ਦਾ, ਮਤਲਬ ਇਸ ਤਰ੍ਹਾਂ ਦੇ ਹਾਲਾਤ, ਡਰ ਪੈਦਾ ਹੋ ਗਿਆ। ਲੇਕਿਨ ਸਾਡੇ ਸਿੱਖ ਕਮਿਊਨਿਟੀ ਦੇ ਲੋਕ ਜਿਹੜੇ ਉਹ ਸਾਹਮਣੇ ਆ ਕੇ ਬਹੁਤ ਜ਼ਬਰਦਸਤ ਕਿਸਮ ਦਾ ਕੰਮ ਕਰ ਰਹੇ ਨੇ। ਲੇਕਿਨ ਮੈਂ ਹੱਥ ਜੋੜ ਕੇ ਬੇਨਤੀ ਤਾਂ ਕਰ ਰਿਹਾ ਸੀ, ਮੈਂ ਇੱਕ ਦਿਨ ਕਮੈਂਟ ਵੀ ਕੀਤਾ ਸੀ, ਤੁਹਾਡਾ ਦੇਖ ਰਿਹਾ ਸੀ ਮੈਂ ਲਾਈਵ, ਉਹਦੇ 'ਚ ਮੈਂ ਇੱਕ ਕਮੈਂਟ ਕੀਤਾ ਸੀ ਕਿ ਬਈ ਤੁਸੀਂ ਪਾ ਰਹੇ ਹੋ ਰੁਮਾਲ, ਮੂੰਹ ਤੇ ਬੰਨ ਰਹੇ ਹੋ, ਰੁਮਾਲ ਬੰਨ ਕੇ ਤੁਸੀਂ ਕੋਵਿਡ ਪੇਸ਼ੈਂਟ ਦੀ ਜਿਹੜੀ ਹੈ ਕਰਮੇਸ਼ਨ ਕਰ ਰਹੇ ਹੋ, ਤੇ ਸਾਨੂੰ ਤੁਹਾਡੀ ਜਾਨ ਵੀ ਬੜੀ ਪਿਆਰੀ ਹੈ। ਸਾਡੀ ਵੈਸੇ ਹੀ ਕਮਿਊਨਿਟੀ ਜਿਹੜੀ ਹੈ 1.5% ਹੈ, ਤੇ ਤੁਸੀਂ ਇਸ ਤਰ੍ਹਾਂ ਦਾ ਨਾ ਕਰੋ। ਤੁਸੀਂ ਐਟਲੀਸਟ ਜਿਹੜੀ ਹੈ ਮਾਸਕ ਪਾ ਕੇ ਪ੍ਰੋਪਰ ਤਰੀਕੇ ਨਾਲ ਉਹ ਕਰੋ। ਉਹਨਾਂ ਨੂੰ ਮੈਂ, ਕਿਉਂਕਿ ਉਸ ਤੋਂ ਬਾਅਦ ਉਹਨਾਂ ਨੇ ਕੀਤਾ ਵੀ ਹੈ ਉਸ ਤਰ੍ਹਾਂ, ਮਾਸਕ ਪਾਇਆ ਵੀ ਹੈ, ਲੇਕਿਨ ਮੈਂ ਇੱਕ ਵਾਰ ਫਿਰ ਉਹਨਾਂ ਨੂੰ ਬੇਨਤੀ ਕਰਾਂਗਾ, ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਤੇ ਸੇਵਾ ਕਰ ਰਹੇ ਨੇ, ਚਾਹੇ ਉਹ ਸਿੱਖ ਕਮਿਊਨਿਟੀ ਹੈ ਚਾਹੇ ਉਹ ਦੂਸਰੇ ਨਾਨ ਸਿੱਖ ਹਨ, ਬੜੀਆਂ ਅੱਛੀਆਂ ਸੇਵਾਵਾਂ ਨਿਭਾ ਰਹੇ ਨੇ। ਨਾਲ ਤੁਹਾਨੂੰ ਮੈਂ ਇਸ ਦੇ ਨਾਲ ਇੱਕ ਹੋਰ ਜੁੜਵੀਂ ਗੱਲ ਇੱਕ ਹੋਰ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਇੱਕ ਦਿਨ ਦੇਖ ਰਿਹਾ ਸੀ, ਜਿਸਲੇ ਸਟਾਰਟ ਕੀਤਾ ਸੀ ਨਾ ਇਹ ਪ੍ਰੋਗਰਾਮ, ਤੇ ਸ਼ਾਇਦ ਕੋਈ 10-15 ਦਿਨ ਦੇ ਬਾਅਦ ਤੁਸੀਂ ਬੜੇ ਉਦਾਸ ਹੋ ਕੇ ਤੁਸੀਂ ਇੱਕ ਰਿਪੋਰਟਿੰਗ ਕਰ ਰਹੇ ਸੋ, ਨਾਲ ਉਹ ਕਰਮੇਸ਼ਨ ਦਿਖਾ ਰਹੇ ਸੋ, ਨਾਲ ਉਹ ਕਰ ਰਹੇ ਸੋ ਕਿ ਨਾਲ ਉਹ ਕਰ ਰਹੇ ਨੇ, ਕੋਈ ਕਮੈਂਟਸ ਕਰ ਰਹੇ ਨੇ, ਠੀਕ ਕਮੈਂਟਸ ਨਹੀਂ ਕਰ ਰਹੇ, ਮਤਲਬ ਉਹ ਤੁਹਾਨੂੰ ਡਿਸਕਰਜ ਕਰਨ ਵਾਸਤੇ ਉੱਥੇ ਕੋਈ ਐਸੇ ਕਮੈਂਟਸ ਪਾ ਰਹੇ। ਲੇਕਿਨ ਤੁਸੀਂ, ਮੈਂ ਦੇਖ ਰਿਹਾ ਸਾਂ, ਤੁਸੀਂ ਬੜੇ ਦੁਖੀ ਹੋ ਕੇ ਰਿਪੋਰਟਿੰਗ ਕਰ ਰਹੇ ਹੋ। ਮੈਂ ਤੁਹਾਨੂੰ ਇੱਕ ਗੱਲ ਸਾਫ਼ ਦੱਸ ਦਿਆਂ, ਜਿਹੜੇ ਲੋਕ ਨੈਗੇਟਿਵ ਹਨ ਨਾ, ਉਹਨਾਂ ਨੇ ਨੈਗੇਟਿਵ ਹੀ ਗੱਲ ਕਰਨੀ ਹੈ। ਦੇਖੋ ਕੰਮ ਕਰਨਾ ਬੜਾ ਮੁਸ਼ਕਲ ਹੈ,
ਕੰਮ ਕਰਨਾ ਜਿਹੜਾ ਉਹ ਮੁਸ਼ਕਿਲ ਹੈ। ਗੱਲ ਕਰਨੀ, ਹੁਣ ਮੈਂ ਬੈਠਾ ਤੁਹਾਡੇ ਨਾਲ 4 ਗੱਲਾਂ ਕਰ ਲਈਆਂ ਬਸ ਠੀਕ ਹੈ, ਲੇਕਿਨ ਕੰਮ ਕਰਨਾ ਜਿਹੜਾ, ਉਹ ਲੋਕ ਜਿਹੜੇ ਨਾ ਜਿਹੜੇ ਗੱਲਾਂ ਕਰਦੇ ਨੇ ਕਿ ਭਾਈ ਇਹਨਾਂ ਨੇ ਇਹ ਕਰ ਛੜਿਆ, ਉਹ ਭਾਈ ਇੱਕ ਬੱਚੇ ਉਹ ਆਪਣੀ ਜਾਨ ਤੇ ਖੇਲ ਕੇ ਉਹ ਸੇਵਾ ਕਰ ਰਹੇ ਨੇ, ਤਾਂ ਤੁਸੀਂ ਉਹਨਾਂ ਨੂੰ ਐਸੇ ਐਨਕਰੇਜ ਕਰਨ ਦੀ ਬਜਾਏ ਤੁਸੀਂ ਡਿਸਕਸ ਕਰ ਰਹੇ ਹੋ ਉਹਨਾਂ ਨੂੰ। ਇਸ ਕਰਕੇ ਤੁਸੀਂ ਵੀ ਦੁਖੀ ਨਾ ਹੋਇਆ ਕਰੋ ਜਿਹੜੇ ਕੰਮ। ਔਰ ਦੂਸਰਾ ਮੈਂ ਤੁਹਾਨੂੰ ਇਹ ਗੱਲ ਵੀ ਕਹਿ ਦਿਆਂ ਕਿ ਕ੍ਰਿਟਿਸਿਜ਼ਮ ਉਹਨਾਂ ਦਾ ਹੁੰਦਾ ਜਿਹੜੇ ਕੰਮ ਕਰਦੇ ਨੇ, ਜਿਹੜੇ ਕੰਮ ਹੀ ਨਹੀਂ ਕਰਦੇ ਉਹਨਾਂ ਕੰਮ ਹੀ ਨਹੀਂ ਕਰਨਾ, ਤੇ ਕ੍ਰਿਟਿਸਿਜ਼ਮ ਕਿਸ ਤਰ੍ਹਾਂ ਹੋਏਗਾ ਉਹਨਾਂ ਦਾ। ਸਾਡੇ ਇੱਥੇ ਸਾਡੀ ਕੌਮ ਦੇ ਵੀ, ਤੇ ਬਾਕੀ ਮੈਂ ਆਪਣੀ, ਕਿਉਂਕਿ ਮੈਂ ਇਸ ਲਈ ਤੁਹਾਡੇ ਐਜ਼ ਏ ਡਿਪਟੀ ਚੀਫ ਇਲੈਕਟਰਲ ਅਫਸਰ ਨਹੀਂ ਗੱਲ ਕਰ ਰਿਹਾ, ਮੈਂ ਐਜ਼ ਏ ਇੱਕ ਕਮਿਊਨਿਟੀ ਦਾ, ਮੈਂ ਵੀ ਇੱਕ ਕਮਿਊਨਿਟੀ ਨੂੰ ਬਿਲੋਂਗ ਕਰਦਾ, ਮੈਂ ਉਸ ਨਾਤੇ ਗੱਲ ਕਰ ਰਿਹਾ ਕੋਵਿਡ ਦੇ ਦੌਰਾਨ। ਬਿਲਕੁਲ ਜੀ ਬਿਲਕੁਲ। ਤਾਂ ਸਾਡੇ ਜਿਹੜੀ ਹੈ ਕਮਿਊਨਿਟੀ, ਜਿਹੜੀ ਹੈ ਸਾਡੀ ਕਮਿਊਨਿਟੀ ਨੇ ਕਾਫੀ ਸਾਰੇ ਲੋਕ ਜਿਹੜੇ ਸ਼ਹਾਦਤਾਂ ਪਈਆਂ। ਔਰ ਦੇਖੋ ਸਾਡੀ ਪਰਸੈਂਟੇਜ ਸ਼ਾਇਦ JNK ਦੀ ਮੈਂ ਗੱਲ ਕਰਾਂ ਤੇ 1.5% ਹੋਏਗੀ ਸਾਡੀ, 1% ਜਾਂ 1.5%, 2% ਓਵਰਆਲ ਹੈ ਸਾਡੀ, 1-1.5% ਇੱਥੇ ਹੋਵਾਂਗੇ। ਲੇਕਿਨ ਤੁਸੀਂ ਅਗਰ ਕੋਵਿਡ ਦੀ ਡੈਥ ਦੇਖੋ ਤਾਂ ਤੁਸੀਂ 40-50% ਦੇ ਉੱਪਰ ਹੋ। ਕਿਉਂ? ਤੁਸੀਂ ਕੋਵਿਡ ਡੈਥ ਦੇਖੋ ਨਾ, ਉੱਥੇ ਤੁਸੀਂ ਸਿੱਖ ਕਮਿਊਨਿਟੀ ਦੀ ਅਗਰ ਦੇਖੋ ਤੇ ਮੇਰੇ ਹਿਸਾਬ ਨਾਲ ਮੇਰੀ ਅਸੈਸਮੈਂਟ ਆ, ਉਸ ਦਾ ਮੈਂ ਗਲਤ ਵੀ ਹਾਂ, ਤਾਂ 40% ਦੇ ਕਰੀਬ, 30 ਜਾਂ 40% ਤੋਂ ਵੀ ਉੱਪਰ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਤੁਸੀਂ ਬੜੀ ਵਾਰ ਇੰਟਰਵਿਊ 'ਚ ਬੜੇ ਸਾਰੇ ਜਿਹੜੇ ਪਤਵੰਤੇ ਲੋਕ ਹਨ ਉਹਨਾਂ ਨੇ ਇੰਟਰਵਿਊ 'ਚ ਦੱਸਿਆ ਵੀ ਹੈ, ਕਾਰਨ ਵੀ ਦੱਸਿਆ, ਲੇਕਿਨ ਉਹਦਾ ਕਾਰਨ ਜਿਹੜਾ ਅਸੀਂ ਇੱਕ ਤੇ ਸੁਣਦੇ ਨਹੀਂ। ਦੇਖੋ ਗਵਰਨਮੈਂਟ ਦੀ ਜੋ ਵੀ ਐਡਵਾਈਜ਼ਰੀ ਗਵਰਨਮੈਂਟ ਦਿੰਦੀ ਹੈ, ਚਾਹੇ ਮਾਸਕ ਹੈ, ਚਾਹੇ ਸੋਸ਼ਲ ਡਿਸਟੈਂਸਿੰਗ ਹੈ, ਚਾਹੇ ਸੈਨੀਟਾਈਜ਼ਰ, ਉਹ ਜਿੰਨੀ ਦੇਰ ਅਸੀਂ ਉਹ ਨਹੀਂ ਕਰਾਂਗੇ। ਔਰ ਦੂਸਰਾ, ਇਸ ਲਈ ਹਾਲਾਤ ਇਸ ਤਰ੍ਹਾਂ ਦੇ, ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇੱਕ, ਔਰ ਸਾਡੇ ਮਨ ਸਾਹਿਬ ਨੇ ਵੀ ਉੱਥੋਂ ਵੀ ਇੱਕ ਅਨਾਉਂਸ ਕੀਤਾ, ਸ਼ਾਇਦ ਤੁਹਾਨੂੰ ਵੀ ਪਤਾ, ਤੁਸੀਂ ਕੀਤਾ ਸੀ ਕਿ ਗੁਰਦੁਆਰਾ ਸਾਹਿਬਾਨ ਵਿੱਚ ਜਿਹੜੀ ਹੈ ਤੁਸੀਂ ਪ੍ਰੋਗਰਾਮ ਸਵੇਰੇ ਕੀਰਤਨ ਨਹੀਂ ਕਰਨਾ, ਸਵੇਰੇ ਕਰਕੇ ਸੁਖਮਨੀ ਸਾਹਿਬ ਕਰਕੇ ਤੋਂ ਬਾਅਦ ਦੇਣਾ, ਸ਼ਾਮ ਨੂੰ ਵੀ ਇਸ ਤਰ੍ਹਾਂ ਕਰਕੇ ਰਹਿਰਾਸ ਸਾਹਿਬ ਦਾ ਪਾਠ ਕਰੋ, ਸੁਖਾਸਨ ਕਰ ਦਿਓ। ਲੇਕਿਨ ਤੁਸੀਂ ਮੈਨੂੰ ਦੱਸੋ ਕਿ ਕਿਤਨੇ ਗੁਰਦੁਆਰਾ ਸਾਹਿਬਾਨ ਵਿੱਚ ਇਹ ਚੀਜ਼ ਇੰਪਲੀਮੈਂਟ ਹੋ ਰਹੀ ਹੈ? ਮੈਨੂੰ ਨਹੀਂ ਲੱਗਦਾ 50% ਵੀ ਹੋ ਰਹੀ ਹੈ। ਔਰ ਮੈਂ ਉਸ ਦਿਨ ਵੀ ਇੱਕ ਕਮੈਂਟ ਕੀਤਾ ਸੀ ਕਿ ਭਾਈ ਕਮੇਟੀ ਨੇ ਬੜਾ ਅੱਛਾ ਉਪਰਾਲਾ ਕੀਤਾ, ਇੱਕ ਅਨਾਉਂਸ ਤੇ ਕਰ ਛੜਿਆ, ਲੇਕਿਨ ਇਹਦੇ 'ਚ ਪਿਆਰਾ ਇੱਕ ਟਾਸਕ ਫੋਰਸ ਮੈਂ ਕਮੈਂਟ 'ਚ ਲਿਖਿਆ ਸੀ, ਸ਼ਾਇਦ ਤੁਸੀਂ ਪੜ੍ਹਿਆ ਨਹੀਂ ਹੋ, ਮੈਂ ਲਿਖਿਆ ਸੀ ਕਿ ਟਾਸਕ ਫੋਰਸ ਬਣਾਈ ਜਾਏ ਤਾਂ ਕਿ ਉਹ ਦੇਖੇ ਕਿਹੜੇ ਗੁਰਦੁਆਰਾ, ਦੇਖੋ ਇਹ ਸਾਡੀ ਕਮਿਊਨਿਟੀ ਦੇ ਹੀ ਲੋਕ ਹਨ ਨਾ, ਉੱਥੇ ਬਣਾਈ ਜਾਏ, ਉੱਥੇ ਦੇਖਿਆ ਜਾਏ ਕਿਹੜੇ ਗੁਰਦੁਆਰਾ ਸਾਹਿਬ ਵਿੱਚ। ਮੈਂ ਤੁਹਾਨੂੰ ਸਿੰਪਲ ਇੱਕ ਆਪਣੇ ਗੋਲ ਗੁਜਰਾਲ ਏਰੀਏ ਦੀ ਮੈਂ ਤੁਹਾਨੂੰ ਗੱਲ ਦੱਸਾਂ, ਮੇਰੇ ਨਾਲ ਬੜੇ ਸਾਰੇ ਲੋਕ ਇਸ ਇੰਟਰਵਿਊ ਸੁਣ ਕੇ ਨਾਰਾਜ਼ ਵੀ ਹੋਣਗੇ, ਲੇਕਿਨ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ, ਨਾਰਾਜ਼ ਬੇਸ਼ੱਕ ਹੋਏ, ਸੱਚੀ ਗੱਲ ਜਿਹੜੀ ਆ ਅਸੀਂ, ਮੈਂ ਹਮੇਸ਼ਾ ਚਾਹੇ ਕੋਈ ਨਾਰਾਜ਼ ਹੋਏ, ਚਾਹੇ ਜਿਸਲੇ ਸਟਾਰਟ ਹੋਇਆ ਤੇ ਇੱਕ ਚਲਿਆ ਕਿ ਭਈ ਗੁਰਦੁਆਰਾ ਸਾਹਿਬ ਵਿੱਚ ਥੋੜਾ ਜਿਹਾ ਗਵਰਨਮੈਂਟ ਦੇ ਤਰਫੋਂ ਹੋਇਆ ਕਿ ਭਈ ਇਹ 3-4 ਮਹੀਨੇ ਦੇ ਬਾਅਦ ਕਿ ਭਈ ਗੁਰਦੁਆਰਾ ਸਾਹਿਬ ਵਿੱਚ ਜਿਹੜੇ ਚੱਲਦੇ ਨੇ ਪ੍ਰੋਗਰਾਮ, ਇਹਨਾਂ ਨੂੰ ਥੋੜਾ ਜਿਹਾ ਕਰਟੇਲ ਕੀਤਾ ਜਾਏ, ਬੰਦ ਕੀਤਾ ਜਾਏ ਜਾਂ ਕਰਟੇਲ ਕੀਤਾ ਜਾਏ। ਤੁਹਾਨੂੰ ਵੀ ਪਤਾ, ਤੁਸੀਂ ਵੀ ਚੈਨਲ ਦੇਖਦੇ ਹੋ, ਨੈਸ਼ਨਲ ਮੀਡੀਆ ਜਾਂ ਦੂਸਰਾ, ਤੇ ਉਸ ਲਈ ਮੈਨੂੰ ਪਤਾ ਲੱਗਿਆ ਤੇ ਮੈਂ ਆਪਣੇ ਏਰੀਏ 'ਚ ਕੋਈ 4-5-6 ਇੱਥੇ ਗੁਰਦੁਆਰਾ ਸਾਹਿਬ ਹਨ, ਤੇ ਮੈਂ ਉੱਥੇ ਉਹਨਾਂ ਨੂੰ, ਜਿਹੜੇ ਉਹਨਾਂ ਦੇ ਪ੍ਰਧਾਨ ਸਨ, ਕਿਸੇ ਨੂੰ ਕਨਵੇ ਕਰਵਾਇਆ, ਕਿਸੇ ਨੂੰ ਫੋਨ ਕਰਵਾਇਆ ਕਿ ਭਈ ਕੱਲ ਨੂੰ ਇਹ ਨਾ ਹੋਏ ਪੁਲਿਸ ਆ ਕੇ ਬੰਦ ਕਰਵਾਏ, ਉਹਦੇ ਕੋਲ ਬਿਹਤਰ ਅਸੀਂ ਪਹਿਲਾਂ ਹੀ ਥੋੜਾ ਜਿਹਾ ਕਰਟੇਲ ਕਰ ਲਈਏ ਇਹਨੂੰ। ਤਾਂ ਮੈਂ ਜਿਲੇ ਕਰਵਾਇਆ ਤੇ ਕੁਝ ਤੇ ਉਹਨਾਂ ਨੇ ਮੰਨ ਲਈਆਂ ਗੱਲਾਂ, ਲੇਕਿਨ ਕੁਝ ਐਸੇ ਐਡਾਮੈਂਟਸ ਬੰਦੇ, ਉਹਨਾਂ ਨੇ ਨਹੀਂ ਜੀ, ਉਹਨਾਂ ਨੇ ਆਪਣਾ ਪ੍ਰੋਗਰਾਮ ਹੋਈ, ਉਹ ਸ਼ਾਰਟ ਵੀ ਨਹੀਂ ਕੀਤਾ, ਉਹਨਾਂ ਨੇ ਆਪਣਾ ਪ੍ਰੋਗਰਾਮ ਰੱਖਿਆ। ਫਿਰ ਤੁਹਾਨੂੰ ਮੈਂ ਰਮਨ ਜੀ ਇੱਕ ਗੱਲ ਦੱਸਾਂ ਕਿ ਫਿਰ ਪੁਲਿਸ ਆਈ, ਜਿੱਥੇ ਨਹੀਂ ਕੀਤਾ ਉਹਨਾਂ ਨੇ 15 ਦਿਨ ਮਹੀਨੇ ਦੇ ਬਾਅਦ ਉਹੀਓ ਗੱਲ ਹੋਈ, ਪੁਲਿਸ ਆਈ, ਉਹਨਾਂ ਨੇ ਆ ਕੇ ਕਿਹਾ ਕਿ ਤੁਸੀਂ ਇਹ ਪ੍ਰੋਗਰਾਮ ਸ਼ਾਰਟ ਕਰੋ। ਤਾਂ ਮੇਰਾ ਕਹਿਣ ਦਾ ਸਿੰਪਲ ਇਹ ਹੈ ਕਿ ਅਗਰ ਸਾਨੂੰ ਕੋਈ ਐਡਵਾਈਜ਼ਰੀ, ਅਗਰ ਡਿਸਟ੍ਰਿਕਟ ਕਮੇਟੀ ਜਾਂ ਕੋਈ ਜਿਹੜੀ ਹੈ, ਜਿਸ ਤਰ੍ਹਾਂ ਮਾਨ ਸਾਹਿਬ ਨੇ ਉਹਦੇ ਉੱਥੋਂ ਇੱਕ ਐਡਵਾਈਜ਼ਰੀ ਜਾਰੀ ਕਿ ਵੀ ਤੁਸੀਂ ਘਟਾਓ ਇਹਨੂੰ, ਤੇ ਅਗਰ ਕੋਈ ਕੀਤੀ ਹੈ ਜਾਂ ਗਵਰਨਮੈਂਟ ਦੀ ਹੈ ਤੇ ਉਸਨੂੰ ਸਾਨੂੰ ਮੰਨਣਾ ਚਾਹੀਦਾ ਹੈ, ਤੇ ਸਾਨੂੰ ਥੋੜਾ ਜਿਹਾ ਇਹ ਕਰਨਾ ਚਾਹੀਦਾ, ਤਾਂ ਕਿ ਸਾਡਾ ਬਹੁਤ ਸਾਰਾ ਨੁਕਸਾਨ ਹੋ ਚੁੱਕਿਆ। ਬੜੇ ਸਾਡੇ ਬੜੇ ਚੀਫ, ਮੈਂ ਤੁਹਾਨੂੰ ਦੱਸਾਂ, ਐਗਜ਼ੀਕਿਊਟਿਵ ਇੰਜੀਨੀਅਰ 3-4 ਸਾਡੇ ਨਾਨਕ ਨਗਰ ਦੇ ਤੁਹਾਡੇ, ਉਹਨਾਂ ਦੀ ਡੈਥ ਹੋਈ ਹੈ ਕੋਵਿਡ ਦੀ ਵਜ੍ਹਾ ਨਾਲ। ਬੜੇ ਸਾਰੇ ਲੋਕ ਹਨ, ਮੈਂ ਕਿਤਨੇ ਗਿਣਾ, ਉਹ ਕਿੰਨੇ ਨੂੰ ਗਿਣਾ। ਉਸ ਤੋਂ ਬਾਅਦ ਜਿਹੜੀ ਸਾਡੀ, ਮੈਂ ਤੁਹਾਨੂੰ ਗੱਲ ਕੀਤੀ ਹੈ ਤੇ ਸਾਰੀ ਜਾਨਾਂ ਕੀਮਤੀਆਂ, ਲੇਕਿਨ ਪਦਮ ਸ਼੍ਰੀ ਜਿਹੜੇ ਸਾਡੇ, ਉਹਨਾਂ ਦੀ ਗੱਲ ਕੀਤੀ ਹੈ ਮੈਂ, ਨਿਰਮਲ ਸਿੰਘ ਜੀ ਖਾਲਸਾ, ਹਾਂ, ਉਸ ਤੋਂ ਬਾਅਦ ਰੀਸੈਂਟਲੀ ਤੁਸੀਂ ਦੇਖਿਆ ਹੋਣਾ 3-4 ਦਿਨ ਪਹਿਲੇ ਜਿਹੜਾ 10ਵਾਂ ਹੋਇਆ ਬਾਬਾ ਭੀਰਾ ਜੀ, ਉਹਨਾਂ ਦੀ ਡੈਥ ਜਿਹੜੀ ਹੈ ਕੋਵਿਡ ਦੀ ਵਜ੍ਹਾ ਨਾਲ ਹੋਈ ਹੈ। ਔਰ ਉਹਨਾਂ ਨੂੰ ਪਹਿਲੇ ਰਜੌਰੀ ਜ਼ਿਲ੍ਹੇ ਐਡਮਿਟ ਉੱਥੇ ਕਰਵਾਇਆ ਗਿਆ। ਮੈਂ ਟੈਲੀਫੋਨ ਵੀ ਕੀਤਾ ਕਿਉਂਕਿ ਮੈਂ ਉੱਥੇ ਰਿਹਾ ਤੇ ਮੈਂ ਥੋੜਾ ਜਿਹਾ, ਲੇਕਿਨ ਉਹਨਾਂ ਦੀ ਜਿਹੜੀ ਆ, ਔਰ ਉਹਨਾਂ ਦੀ ਵੀ ਉਹ ਬੜੀ ਮਹਾਨ ਸ਼ਖਸੀਅਤ ਸਨ। ਮੈਂ ਤੁਹਾਨੂੰ ਥੋੜਾ ਜਿਹਾ ਉਹਨਾਂ ਦੇ ਬਾਰੇ 2 ਮਿੰਟ ਸਿਰਫ ਮੈਂ ਉਹਨਾਂ ਦੇ ਬਾਰੇ ਥੋੜਾ ਜਿਹਾ ਦੱਸ ਦਿਆਂ, ਕਿਉਂਕਿ ਮੈਨੂੰ ਸ਼ਾਇਦ ਗੁਰੂ ਮਹਾਰਾਜ ਦਾ ਹੁਕਮ ਨਹੀਂ ਸੀ। ਮੈਂ ਹੁਣ ਬੜਾ, ਮੈਂ ਤੁਹਾਨੂੰ ਸੱਚ ਦੱਸਾਂ, ਮੈਂ ਬੜਾ
ਕਿਸੇ ਦਾ ਮੈਨੂੰ ਬੜਾ ਦੁੱਖ ਮਹਿਸੂਸ ਹੁੰਦਾ ਕਿ ਮੈਂ ਟਾਈਮ ਨਹੀਂ ਕੱਢ ਸਕਿਆ ਉਹਨਾਂ ਕੋਲ ਬੈਠ ਕੇ ਉਹਨਾਂ ਨਾਲ ਗੱਲਾਂ ਨਹੀਂ ਕੀਤੀਆਂ। ਮਿਲਿਆ ਮੈਂ ਬੜੀ ਵਾਰ ਆ ਉਹਨਾਂ ਨੂੰ, ਕਿਉਂਕਿ ਮੇਰੇ ਜਦ ਰਜੌਰੀ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਗੁਰਦੁਆਰਾ ਸਾਹਿਬ ਹੈ, ਇਹ ਉਹਨਾਂ ਨੇ ਉੱਥੇ ਤਮੀਰ ਕੀਤਾ ਸੀ 2015 ਚ। ਮੈਂ ਉੱਥੇ ਸਾਂ ਤੇ 16 ਚ ਸ਼ੁਰੂ ਹੋਇਆ ਸੀ, ਤੇ ਮੇਰੇ ਉੱਥੇ ਹੁੰਦਿਆਂ ਨੇ ਉਹ ਸਾਰਾ, ਔਰ ਮੈਂ ਉਹਨਾਂ ਨੂੰ ਆਪਣੇ ਅੱਖਾਂ ਨਾਲ ਦੇ ਵੇਖਿਆ ਬਾਬਾ ਵੀਰਾ ਜੀ ਨੂੰ ਰੋਟੀ ਖਾਂਦਿਆਂ ਕਈ ਵਾਰੀ ਹੱਥ 'ਚ ਉਹਨਾਂ ਨੇ ਰੋਟੀਆਂ ਰੱਖੀਆਂ ਦੀਆਂ ਸਨ, ਉਧਰ ਕੰਮ ਲੰਡਰ ਪੈ ਰਿਹਾ, ਇਸ ਤਰ੍ਹਾਂ ਉਹ ਖਾ ਰਹੇ ਸਨ, ਖਾਣਾ ਖਾ ਰਹੇ ਸਨ। ਮਤਲਬ ਇਤਨੀ ਸਾਦਗੀ ਉਹਨਾਂ 'ਚ, ਔਰ ਇਤਨੇ ਕਮਾਲ ਦੇ ਉਹ ਇਨਸਾਨ ਸਨ। ਕੁਝ ਚੀਜ਼ਾਂ ਮੈਂ ਪਹਿਲੇ ਤੇ ਇੰਨਾ ਨਹੀਂ ਪਤਾ ਸੀ, ਲੇਕਿਨ ਕੁਝ ਚੀਜ਼ਾਂ ਹੁਣ ਮੈਂ 4-5 ਦਿਨ ਪਹਿਲੇ, ਜਿਸ ਦਿਨ ਉਹਨਾਂ ਦੀ ਡੈਥ ਹੋਈ ਹੈ, ਦੂਸਰੇ ਦਿਨ ਮੈਂ ਪਟਨਾ ਸਾਹਿਬ 'ਚੋਂ ਉੱਥੋਂ ਡਾਕਟਰ ਮਨੋਹਰ ਸਿੰਘ ਇੱਕ ਕਥਾ ਕਰ ਰਹੇ ਸਨ, ਤੇ ਉਹਨਾਂ ਨੇ ਕਿਹਾ ਕਿ ਬੜੀ ਜਿਹੜੀ ਹੈ ਰੂਹਾਨੀ ਸ਼ਖਸੀਅਤ ਦੀ ਡੈਥ ਹੋਈ ਹੈ, ਕੱਲ ਇੱਕ ਦਿਨ ਪਹਿਲੇ ਡੈਥ ਹੋਈ ਸੀ। ਤੇ ਫਿਰ ਉਹਨਾਂ ਨੇ ਇੱਕ ਗੱਲ ਸੁਣਾਈ, ਮੈਂ ਸੁਣ ਕੇ ਤੇ ਮੈਨੂੰ ਬੜਾ ਹੋਇਆ ਕਿ ਭਈ ਇਤਨੀ ਵੱਡੀ ਸ਼ਖਸੀਅਤ ਸਨ। ਉਹ ਕਹਿ ਰਹੇ ਸਨ ਕਿ ਇੱਥੇ ਅਸੀਂ ਗੁਰਦੁਆਰਾ ਸਾਹਿਬ ਦੀ ਡਿਊਟੀ ਸਾਹਿਬ ਬਣਾਉਣੇ ਸਨ, ਬੜੇ ਕੋਈ ਟੈਕਨੀਕਲ ਜਿਹਾ ਇਸ਼ੂ ਸੀ ਉੱਥੇ, ਤੇ ਵੱਡੇ ਇੰਜੀਨੀਅਰ ਮੰਗਵਾ ਲਏ, ਕਿਸੇ ਕੋਲ ਨਹੀਂ ਹੋਇਆ, ਉਹ ਨਹੀਂ ਬਣ ਸਕਿਆ। ਸਾਰਿਆਂ ਨੇ ਨਾ ਕਰਤੀ, ਹੱਥ ਖੜੇ ਕਰਤੇ। ਬਾਬਾ ਵੀਰਾ ਜੀ ਨੂੰ ਬੁਲਾਇਆ ਗਿਆ, ਉਹਨਾਂ ਕਿਹਾ ਕਿਉਂ ਨਹੀਂ ਬਣ ਸਕਦੀ? ਤਾਂ ਫਿਰ ਉਹਨਾਂ ਨੇ ਉਹ ਤਾਮੀਰ ਕੀਤਾ। ਤੁਸੀਂ ਦੇਖੋ ਕਿੰਨੇ ਵੱਡੇ ਇੰਜੀਨੀਅਰ ਸਨ, ਕਿ ਇੰਜੀਨੀਅਰ ਵੱਡੇ ਹੱਥ ਖੜੇ ਕਰ ਗਏ ਔਰ ਉਹਨਾਂ ਨੇ ਬਣਾਇਆ। तो नाल वो भी कह रहे सन कि कहते को शोभा नहीं देखा ही प्रवान, कि मतलब तुसी देख लो, मैं कोई ये शोभा नहीं कर रहा उन्होंने दी, वो देख लो। इस करके बड़ी सारी साडी शख्सियत जिहड़ियां वो उन्होंने कोविड ने जिहड़ियां उहदे लपेट च आ गईयां। मेरी फर्दर ये है कि भाई थोड़ा जिहा असी जिहड़े प्रोग्राम दशहरे, चलो दशहरा तो करना जरूरी है, लेकिन उन्होंने भी शार्टकट किया जा सकता है। फिर उस तो बाद भी करते हैं, फिर चुपरियां भी इस टाइम कर रहे हैं। भाई अगर करनियां ही हैं, ਉਹਨਾਂ ਨੂੰ ਪਾਠ ਰਖਾਓ, ਪਾਠ ਕਰਕੇ ਤੇ ਭੋਗ ਪਵਾ ਕੇ ਤੇ ਕਰ ਦਿਓ। ਭਾਈ ਜਿਲੇ ਠੀਕ ਹੋਏਗਾ ਮਾਹੌਲ, ਤੁਸੀਂ ਹਰ ਸਾਲ ਮਨਾਓ। ਯਾਦਾਂ ਜਿਹੜੀਆਂ ਮਾਪਿਓ ਦੀਆਂ ਯਾਦਾਂ ਜਿਹੜੀਆਂ ਤੁਸੀਂ ਹਰ ਸਾਲ ਮਨਾ ਸਕਦੇ ਹੋ। ਬੇਸ਼ੱਕ ਸਾਡੀ ਰਹਿਤ ਮਰਿਆਦਾ ਜਿਹੜੀ ਆ ਉਹ ਦਸਹਿਰੇ ਤੋਂ ਬਾਅਦ ਕੋਈ ਨਹੀਂ ਹੈ, ਲੇਕਿਨ ਕਿਤੇ ਮਨਾਈ ਨਹੀਂ ਹੈ। ਸ਼ਾਇਦ ਮੈਂ, ਕਿਉਂਕਿ ਮੈਂ ਤੇ ਇਹਨਾਂ ਗੁਰਬਾਣੀ ਜਾਣਦਾ ਜ਼ਰੂਰ ਹਾਂ, ਮੈਂ ਗ੍ਰੰਥ ਸਾਹਿਬ ਵੀ ਪੂਰਾ ਪੜ੍ਹਿਆ ਹੋਇਆ, ਲੇਕਿਨ ਇਤਨੀ ਜਾਣਕਾਰੀ ਨਹੀਂ ਹੈ। ਬੜੇ ਵਿਦਵਾਨ, ਲੇਕਿਨ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਹਰ ਸਾਲ ਅਗਰ ਪਾਠ ਰਖਾ ਕੇ ਮਾਪਿਓ ਦੀ ਯਾਦਾਂ ਮਨਾਓ ਤੇ ਕੋਈ, ਮੈਨੂੰ ਨਹੀਂ ਲੱਗਦਾ ਕੋਈ ਅਸੀਂ ਮਨਾਈਏ। ਉਹ ਕਰ ਸਕਦੇ ਹਾਂ ਅਸੀਂ। ਇਸ ਕਰਕੇ ਇਸ ਹਾਲਾਤ ਵਿੱਚ ਥੋੜਾ ਜਿਹਾ ਸਾਨੂੰ ਜਿਹੜਾ ਸਬਰ ਕਰਨਾ ਚਾਹੀਦਾ ਔਰ ਥੋੜਾ ਜਿਹਾ ਦੇਖ ਕੇ ਚੱਲਣਾ ਚਾਹੀਦਾ। ਜੀ ਬਿਲਕੁਲ, ਤੁਸੀਂ ਬਹੁਤ ਹੀ ਜਿਹੜੇ ਵਡਮੁੱਲੀਆਂ ਗੱਲਾਂ, ਬਹੁਤ ਵਡਮੁੱਲੇ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕੀਤੇ ਨੇ, ਔਰ ਜਿਨ੍ਹਾਂ ਨੂੰ ਸੁਣ ਕੇ ਬਹੁਤ ਜ਼ਿਆਦਾ ਜਾਣਕਾਰੀ ਵੀ ਮਿਲੀ ਹੈ। ਔਰ ਜਿੱਦਾਂ ਤੁਸੀਂ ਕਿਹਾ ਕਿ ਅਗਰ ਆਪਾਂ ਕਿਤੇ ਵੀ ਜ਼ਿਆਦਾ ਗੈਦਰਿੰਗ ਕਰ ਰਹੇ ਹਾਂ, ਹਨਾ, ਸਾਡੇ ਜਿਹੜੇ ਜਿੱਦਾਂ ਤੁਸੀਂ ਕਿਹਾ ਕਿ 40% ਤੱਕ ਸਾਡੇ ਸਿੱਖ ਵੀਰ ਭੈਣ ਭਰਾਵਾਂ ਦੀ ਡੈਥ ਜਿਹੜੀਆਂ ਹੋ ਰਹੀਆਂ ਨੇ, ਪਰ ਇਹਦੇ ਵਿੱਚ ਕਿਸੇ ਨੇ ਸਾਨੂੰ ਬਾਹਰੋਂ ਆ ਕੇ ਤੇ ਕਹਿਣਾ ਨਹੀਂ, ਨੁਕਸਾਨ ਤੇ ਸਾਡੀ ਕਮਿਊਨਿਟੀ ਦਾ ਹੀ ਹੋ ਰਿਹਾ ਨਾ। ਔਰ ਇਸ ਦੇ ਵਿੱਚੋਂ ਮੈਂ ਪਹਿਲਾਂ ਵੀ ਇਹ ਗੱਲ ਬੜੀ ਵਾਰੀ ਕੀਤੀ ਕਿ ਸਾਨੂੰ ਜਿਹੜੀ ਘਰ ਦੀ ਗੱਲ ਹੈ ਉਹ ਘਰ ਦੇ ਅੰਦਰ ਹੀ ਸੁਲਝਾ ਲੈਣੀ ਚਾਹੀਦੀ ਹੈ, ਕਿ ਸਾਡੀ ਆਪਸ ਦੀ ਜਿਹੜੀ ਸਾਨੂੰ ਹੈ ਇੱਕ ਵਿਚਾਰ ਵਟਾਂਦਰਾ ਕਰਕੇ, ਜਿੱਦਾਂ ਤੁਸੀਂ ਕਿਹਾ ਕਿ ਰੂਲ ਤਾਂ ਜਿਹੜਾ ਬਣਾ ਦਿੱਤਾ ਗਿਆ, ਲੇਕਿਨ ਹੁਣ ਉਹਦੇ ਤੇ ਕਿੰਨਾ ਅਮਲ ਹੋ ਰਿਹਾ ਉਹ ਵੀ ਸਾਨੂੰ ਦੇਖਣਾ ਪੈਂਦਾ ਹੈ। ਕਿ ਜਿਸ ਤਰ੍ਹਾਂ ਦੇ ਨਾਲ ਜਿਹੜੇ ਇੱਕ ਆਦੇਸ਼ ਜਾਰੀ ਕੀਤਾ ਗਿਆ ਸੀ, ਇੱਕ ਆਰਡਰ ਆਇਆ ਸੀ, ਉਹਦੇ ਉੱਤੇ ਕਿੰਨਾ ਕੁ ਹੁਣ ਅਮਲ ਕੀਤਾ ਜਾ ਰਿਹਾ। ਉਹ ਸ਼ਾਇਦ ਸਿਰਫ ਇੱਕ ਵਾਰੀ ਇੱਕ ਰਿਟਨ ਦੇ ਵਿੱਚ ਕੋਈ ਵੀ ਆਰਡਰ ਕੱਢ ਕੇ ਉਸਦੇ ਬਾਅਦ ਉਹਦੀ ਬਾਤ ਨਹੀਂ ਪੁੱਛਣੀ, ਉਹ ਵੀ ਇੱਕ ਗੱਲ ਹੈ। ਕਿ ਪਤਾ ਤਾਂ ਲੱਗੇ ਗਰਾਊਂਡ ਤੇ ਕਿ ਕਿੰਨਾ ਕੁ ਹੋ ਰਿਹਾ ਇਹਦਾ, ਤੇ ਕਿੰਨਾ ਕੁ ਲੋਕ ਇਹਨੂੰ ਇੰਪਲੀਮੈਂਟੇਸ਼ਨ ਇਹਦੇ ਤੇ ਹੋ ਰਹੀ ਹੈ। ਔਰ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਆਪਾਂ ਚਲੋ ਠੀਕ ਹੈ, ਜਿਹੜਾ ਅੰਤਿਮ ਅਰਦਾਸ ਕਰਕੇ ਭੋਗ ਪਾਉਂਦੇ ਨੇ ਉਹ ਤੇ ਜ਼ਰੂਰੀ ਹੈ ਕਿ ਚਲੋ ਅੰਤਿਮ ਅਰਦਾਸ ਦੇ ਲਈ ਉਹ ਤੇ ਸਾਡੀ ਜਿਹੜੇ ਸਾਰੀ ਕਰਦੇ ਨੇ ਉਹ ਜ਼ਰੂਰੀ ਹੈ। ਲੇਕਿਨ ਉਸਦੇ ਬਾਅਦ ਹੁਣ ਕੋਵਿਡ ਦੇ ਦੌਰਾਨ ਜਿੱਦਾਂ ਤੁਸੀਂ ਗੱਲ ਛੇੜੀ ਹੈ ਕਿ ਕੋਵਿਡ ਦੇ ਦੌਰਾਨ ਜਿਹੜੇ ਲੋਕ ਜਿਹੜਾ ਸਾਲ ਬਾਅਦ ਹੁੰਦੀ ਆ ਬਾਰਕੀ, ਫਿਰ ਉਸਦੇ ਬਾਅਦ ਚੁਪਰੀ, ਕੋਈ ਸ਼ਮਾਈ, ਮਤਲਬ ਇਹ ਤੇ ਫਿਰ ਆਪਾਂ ਪਰੰਪਰਾ ਦੇ ਵਿੱਚ ਹੀ ਰਹਿ ਗਏ ਨਾ। ਕਿ ਪਰੰਪਰਾ ਜਿਹੜੀ ਵੱਡਿਆਂ ਨੇ ਚਲਾਈ ਹੈ, ਪਰੰਪਰਾ ਚੱਲਦੀ ਆ ਰਹੀ ਹੈ, ਹੁਣ ਅਸੀਂ ਪਰੰਪਰਾ ਨੂੰ ਕੀ ਕਰੀਏ। ਇਹਦੇ ਤੇ ਵੀ ਸਾਨੂੰ ਲੱਗਦਾ ਕਿ ਇਹਦੇ ਤੇ ਵੀ ਇੱਕ ਆਰਡਰ ਜਾਰੀ ਹੋ ਜਾਣਾ ਚਾਹੀਦਾ। ਇਹਦੇ ਤੇ ਵੀ ਦੇਖੋ, ਇਹ ਤਾਂ ਮੈਨੂੰ ਤੇ ਮੇਰੇ ਪਰਸਨਲ ਜਿਹੜਾ ਸੁਝਾਅ ਦੇ ਨਾਲ ਇਹ ਲੱਗਦਾ ਕਿ ਜਿਹੜਾ ਕੋਈ ਸਰਦਾ ਘਰੋਂ ਆ ਉਹ ਤੇ ਕਰ ਲਏਗਾ, ਉਹ ਤੇ ਭਾਵੇਂ ਤੁਸੀਂ ਮਾਪਿਆਂ ਨੂੰ ਤਾਂ ਬੰਦੇ ਨੂੰ ਹਰ ਰੋਜ਼ ਹੀ ਯਾਦ ਕਰਨਾ ਚਾਹੀਦਾ। ਜਦੋਂ ਆਪਾਂ ਜਿਹੜਾ ਬੰਦਾ ਘਰੋਂ ਸਰਦਾ ਉਹਨੇ ਤਾਂ ਸ਼ਮਾਈ ਵੀ ਕਰ ਲਈ, ਉਹਨੇ ਬਾਰਕੀ ਵੀ ਕਰ ਲਈ, ਉਹਨੇ ਚਪਰੀ ਵੀ ਕਰ ਲਈ, ਉਹਦੇ ਕੋਲ ਉਹਦੀ ਜੇਬ ਭਾਰ ਚੱਲਦੀ ਹੈ, ਉਹਨੇ ਕਰ ਲਈ। ਹੁਣ ਜਿਹੜਾ ਗਰੀਬ ਹੈ, ਜਿਹੜਾ ਨਹੀਂ ਕਰ ਸਕਦਾ, ਉਹ ਮੈਂ ਦੇਖਿਆ ਬਹੁਤ ਔਖਾ ਹੋ ਕੇ ਕਰਦਾ। ਉਹੀ ਸੋਚਦਾ ਅਗਰ ਮੈਂ ਨਹੀਂ ਕਰਾਂਗਾ ਤਾਂ ਮੈਨੂੰ ਬਲਾਦਰੀ ਕੀ ਕਹੇਗੀ, ਮੈਨੂੰ ਭਾਈਚਾਰਾ ਕੀ ਕਹੇਗਾ, ਮੈਨੂੰ ਕੀ ਕਹਿਣਗੇ।
मतलब इस चीज ਨੂੰ ਵੀ, ਔਰ ਕਈ ਵਾਰ ਸਟੇਜਾਂ ਤੋਂ ਅਨਾਉਂਸ ਵੀ ਕੀਤਾ ਜਾਂਦਾ, ਲੇਕਿਨ ਲੋਕ ਫੇਰ ਵੀ ਨਹੀਂ ਮੰਨਦੇ। ਕਿਸ ਤਰ੍ਹਾਂ ਮਤਲਬ ਤੁਹਾਡਾ ਇੱਥੇ ਕੀ ਸੁਝਾਅ ਰਹੇਗਾ, ਕਿਸ ਤਰ੍ਹਾਂ ਦੇ ਨਾਲ ਇਸ ਚੀਜ਼ ਨੂੰ ਅਸੀਂ ਅਮਲੀ ਜਾਮਾ ਜਿਹੜਾ ਪਹਿਨਾ ਸਕਦੇ ਆ, ਜਿਹੜਾ ਅਮਲ ਦੇ ਵਿੱਚ ਲਿਆਂਦਾ ਜਾ ਸਕਦਾ, ਕਿ ਇਹਦੇ ਤੇ ਸਖਤ ਤੋਂ ਸਖਤ ਸਾਨੂੰ ਬੋਲਣਾ ਚਾਹੀਦਾ ਹੈ ਕਿ ਮਤਲਬ ਕੋਈ ਨਾ ਕੋਈ ਡਿਸੀਜਨ ਤੇ ਹੋਣਾ ਹੀ ਚਾਹੀਦਾ। ਜੀ ਜੀ, ਦੇਖੋ ਇਸ ਦੇ ਸ਼ਾਇਦ ਅੱਜ ਤੋਂ ਮਰਕਲ 8 ਜਾਂ 10 ਸਾਲ ਪਹਿਲੇ ਇੱਕ ਚਲਿਆ ਸੀ ਇਸ ਦੇ ਉੱਪਰ ਕਿ ਦੁਸਹਿਰੇ ਤੋਂ ਬਾਅਦ ਕੋਈ ਵੀ ਜਿਹੜੀ ਹੈ ਮਰਿਆਦਾ ਨਹੀਂ ਕਰਨੀ। ਇਹ ਹੋਇਆ ਸੀ 8-10 ਸਾਲ ਪਹਿਲੇ ਦੀ ਗੱਲ ਹੈ, ਇਹ ਚਲਿਆ ਸੀ, ਲੇਕਿਨ ਉਸਨੂੰ ਪ੍ਰੋਪਰ ਤਰੀਕੇ ਨਾਲ ਇੰਪਲੀਮੈਂਟੇਸ਼ਨ ਜਿਹੜੀ ਉਹਦੀ ਨਹੀਂ ਹੋਈ। ਗੱਲ ਬਿਲਕੁਲ ਤੁਸੀਂ ਦਰੁਸਤ ਕਹੀ ਹੈ ਕਿ ਇੱਕ ਆਮ ਆਦਮੀ ਜਿਹੜਾ ਉਹ ਤੇ ਕਰ ਲੇਗਾ, ਦੁਸਹਿਰਾ ਵੀ ਕਰੇਗਾ, ਸਾਰੇ ਪ੍ਰੋਗਰਾਮ ਕਰੇਗਾ, ਲੇਕਿਨ ਇੱਕ ਜਿਹੜਾ ਗਰੀਬ ਆਦਮੀ ਅੱਜ ਜਿਹੜਾ ਜਿਹਨੂੰ ਰੋਟੀ ਵੀ ਨਸੀਬ ਉਹ ਨਹੀਂ ਹੋ ਰਹੀ ਸਵੇਰੇ ਸ਼ਾਮ ਦੀ, ਉਹਦੇ ਵਾਸਤੇ ਕਿਤਨਾ ਮੁਸ਼ਕਲ ਹੁੰਦਾ ਹੈ। ਫਿਰ ਲੰਗਰ ਕਰੋ ਸਾਲਾਨੇ 'ਚ, ਫਿਰ ਚਵਰੀ 'ਚ ਕਰੋ, ਫਿਰ ਛਮਾਈ ਨਾ ਕਰੋ। ਇਸੇ ਦੇ ਮੱਦੇਨਜ਼ਰ ਜਿਹੜਾ ਇਹ ਟਰਸਟ ਦਾ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ, ਟਰਸਟ ਦਾ ਅਸੀਂ ਇਹੋ ਇੱਕ ਰੱਖਿਆ ਸੀ ਕਿ ਜਿਨ੍ਹਾਂ ਨੇ ਬਣਾਈ ਸੀ ਉਹਨਾਂ ਨੇ ਵੀ ਇਹੋ ਸੋਚ ਰੱਖੀ ਸੀ ਕਿ ਸਾਡੀ ਜਿਹੜੀ ਹੈ ਬਰਾਦਰੀ 47 ਦੇ ਉਜੜੇ ਆਏ ਕੁਝ ਲੋਕ ਤੇ ਚਲੋ ਠੀਕ ਹੈ, ਅੱਛੇ ਹਨ, ਐਸੀ ਗੱਲ ਨਹੀਂ ਹੈ, ਵਾਹਿਗੁਰੂ ਦੀ ਮਿਹਰ ਆ, ਬੜੇ ਅੱਛੇ ਹਨ ਸਾਰੇ, ਲੇਕਿਨ ਕੁਝ ਫੈਮਿਲੀ ਅਜੇ ਵੀ ਹਨ ਜਿਹੜੀਆਂ ਇਤਨਾ ਨਹੀਂ ਕਰ ਸਕਦੀਆਂ। ਉਹੀ ਸੋਚ ਰੱਖੀ ਸੀ ਕਿ ਉਹਨਾਂ ਨੇ ਇਹ ਚਲਾਇਆ ਸੀ ਟਰਸਟ। ਲੇਕਿਨ ਜਿੱਥੇ ਤੱਕ ਤੁਸੀਂ ਲੰਗਰ ਦੀ ਅਗਰ ਲੰਗਰ ਕਰਨਾ ਹੈ ਤੇ ਫਿਰ ਉਹ ਇਸ ਦੇ ਬਾਰੇ ਮੈਂ ਕੋਈ ਗੱਲ ਨਹੀਂ ਕਰਾਂਗਾ, ਕਿਉਂਕਿ ਅਗਰ ਕੋਈ ਗੱਲ ਕਰਾਂਗਾ ਕੋਈ ਐਸਾ ਵਿਵਾਦ ਖੜਾ ਵੀ ਹੋ ਸਕਦਾ ਹੈ। ਇਹਦੇ ਵਾਸਤੇ ਸਾਡੀਆਂ ਸੰਸਥਾ ਜਿਹੜੀਆਂ DGPC ਹੈ ਜਾਂ ਡੇਰੇਨ ਸਾਡੇ ਦੋ ਉਹ ਉਹਨਾਂ ਦੇ ਤਰਫੋਂ ਜਿਹੜਾ ਉਹ ਆਪਣੇ ਲੈਵਲ ਤੇ ਉਹ ਕੋਈ ਇਸ ਤਰ੍ਹਾਂ ਦਾ ਕਰ ਸਕਦੇ ਨੇ, ਸੁਝਾਅ ਵੀ ਦੇ ਸਕਦੇ ਨੇ, ਕੋਈ ਆਰਡਰ ਵੀ ਪਾਸ ਕਰ ਸਕਦੇ ਨੇ। ਦੂਸਰਾ ਤੁਸੀਂ ਗੱਲ ਕੀਤੀ ਹੈ ਕਿ ਇੰਪਲੀਮੈਂਟੇਸ਼ਨ, ਦੇਖੋ ਗਵਰਨਮੈਂਟ ਜਿਹੜਾ ਆਰਡਰ ਕਰਦੀ ਹੈ ਜਾਂ ਐਡਵਾਈਜ਼ਰੀ ਇਸ਼ੂ ਕਰਦੀ ਹੈ ਉਸ ਦੀ ਜਿਹੜੀ ਹੈ ਐਗਜ਼ੀਕਿਊਸ਼ਨ ਵੀ ਗਵਰਨਮੈਂਟ ਕਰਵਾਉਂਦੀ ਹੈ। ਔਰ ਤੁਸੀਂ ਦੇਖਿਆ ਹੋਣਾ ਪੁਲਿਸ ਵਾਲੇ ਖੜੇ ਹੁੰਦੇ ਨੇ, ਅਗਰ ਦੁਕਾਨਾਂ ਬੰਦ ਹਨ ਤੇ ਬੰਦ ਵੀ ਕਰਵਾਉਂਦੇ ਨਹੀਂ। ਲੇਕਿਨ ਸਾਡੀ DGPC ਅਗਰ ਇੱਕ ਆਰਡਰ ਕੱਢਿਆ ਤੇ ਮੇਰੀ ਇੱਕ ਦੁਬਾਰਾ ਉਹਨਾਂ ਨੂੰ, ਕਿਉਂਕਿ ਹੁਣ ਥੋੜਾ ਜਿਹਾ ਮਾਹੌਲ ਸ਼ਾਇਦ ਕੋਵਿਡ ਥੋੜਾ ਜਿਹਾ ਘਟ ਰਿਹਾ ਹੈ, ਲੇਕਿਨ ਫਿਰ ਵੀ DGPC ਨੇ ਅਗਰ ਕੋਈ ਆਰਡਰ ਕੱਢਿਆ ਤੇ ਮੈਂ ਤੇ ਉਹਨਾਂ ਨੂੰ ਬੇਨਤੀ ਕਰਾਂਗਾ ਹੱਥ ਜੋੜ ਕੇ ਕਿ ਭਈ ਤੁਸੀਂ ਇਸ ਆਰਡਰ ਤੇ ਕੱਢ ਲਿਆ। ਤੁਸੀਂ ਦੇਖੋ ਪੇਪਰ ਵਰਕ ਤੇ ਐਗਜ਼ੀਕਿਊਸ਼ਨ ਵਿੱਚ ਬੜਾ ਫਰਕ ਹੁੰਦਾ ਹੈ। ਆਰਡਰ ਕੱਢਣਾ ਤੇ ਠੀਕ ਹੈ, ਲੇਕਿਨ ਉਸ ਦੀ ਇੰਪਲੀਮੈਂਟੇਸ਼ਨ ਜਿਹੜੀ ਹੈ ਉਹ ਵੀ ਜ਼ਰੂਰੀ ਹੈ। ਤੇ ਮੇਰੇ ਹਿਸਾਬ ਨਾਲ DGPC ਨੂੰ ਇਹ ਵੀ ਕਰਨਾ ਚਾਹੀਦਾ ਥੋੜਾ ਜਿਹਾ, ਲੋਕਲ ਜਿਹੜੇ ਗੁਰਦੁਆਰਾ ਸਾਹਿਬ ਜਿਸ ਤਰ੍ਹਾਂ ਏਰੀਆ ਵਾਈਜ਼ ਹਨ ਉੱਥੇ ਉਹਨਾਂ ਨੂੰ ਬੇਨਤੀ, ਕਿਉਂਕਿ ਅਗਰ ਅਸੀਂ ਕਿਸੇ ਨੂੰ ਕਵਾਂਗੇ ਤਾਂ ਸਾਨੂੰ ਤੇ ਉਹ ਕਹਿਣਗੇ ਭਈ ਤੁਸੀਂ ਤੇ ਆਪਣੀ ਉਧਰ ਹਕੂਮਤ ਚਲਾਓ ਗਵਰਨਮੈਂਟ ਦੇ ਉੱਤੇ, ਤੁਸੀਂ ਤੁਹਾਡਾ ਕੀ ਲੈਣਾ ਦੇਣਾ ਇੱਥੇ। ਕਿਉਂਕਿ ਐਸੇ ਵੀ ਲੋਕ ਹਨ ਜਿਨ੍ਹਾਂ ਨੂੰ ਕੋਈ ਉਹ ਨਹੀਂ, ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਕਿ ਕੁਝ ਨੈਗੇਟਿਵ ਲੋਕ ਐਸੇ ਹੁੰਦੇ ਨੇ ਕਿ ਜਿਨ੍ਹਾਂ ਨੇ ਨੈਗੇਟਿਵ ਹੀ ਗੱਲ ਕਰਨੀ ਹੈ, ਤੁਸੀਂ ਜਿੰਨਾ ਮਰਜ਼ੀ ਪੋਜ਼ਿਟਿਵ ਕਰ ਲਓ। ਔਰ ਮੈਂ ਇੱਕ ਗੱਲ ਦੱਸਾਂ ਤੁਹਾਨੂੰ ਕਿ ਮੈਂ ਬੰਦੇ ਨੂੰ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ, ਹਮੇਸ਼ਾ ਤੁਸੀਂ ਠੀਕ ਕਰੋ, ਪੋਜ਼ਿਟਿਵ ਕਰੋ, ਦੇਖਣ ਵਾਲਾ ਉੱਪਰ ਦੇਖੋ। ਇੱਕ ਚੋਰ ਹੈ ਨਾ, ਉਹ ਅਗਰ ਚੋਰੀ ਕਰਨ ਜਿਹੜੇ ਜਾਂਦਾ, ਤੁਹਾਨੂੰ ਤੁਸੀਂ ਦੇਖਿਆ ਹੋਣਾ ਕਿ ਅਗਰ ਚੋਰ ਤੁਸੀਂ ਕਿਤੇ CCTV ਦੇਖਿਆ ਹੋਏਗਾ, ਉਹ ਇਸ ਤਰ੍ਹਾਂ ਨਜ਼ਰ ਮਾਰੇਗਾ ਸਾਰੀ ਤਰਫ ਕਿ ਮੈਨੂੰ ਦੇਖਦੇ ਨਹੀਂ ਰਿਹਾ। ਉਸ ਨੂੰ ਇਹ ਨਹੀਂ ਪਤਾ ਕਿ ਮੇਰੇ ਅੰਦਰ ਕੋਈ ਜਿਹੜੀ ਸ਼ਕਤੀ ਹੈ ਉੱਪਰ, ਉਹ ਜਿਹੜਾ ਰੱਬ ਜਿਹੜਾ ਮੇਰੇ ਅੰਦਰ ਹੈ ਉਹ ਤਾਂ ਦੇਖ ਰਿਹਾ ਨਾ ਮੈਨੂੰ, ਉੱਥੇ ਤੇ ਸਾਫ਼ ਦੇਣਾ ਨਾ ਉਹਨੇ ਜਾ ਕੇ, ਬੰਦੇ ਨੂੰ ਨਹੀਂ ਦੇਣਾ ਲੇਕਿਨ ਉੱਪਰ ਦੇਣਾ। ਇਸੇ ਕਰਕੇ ਮੈਂ ਉਹ ਜਿਹੜੇ ਲੋਕ ਨੈਗੇਟਿਵ ਹਨ ਉਹਨਾਂ ਨੂੰ ਵੀ ਇੱਕ ਅਪੀਲ ਹੈ। ਦੂਸਰਾ ਮੈਂ ਤੁਹਾਨੂੰ ਗੱਲ ਕਰ ਰਿਹਾ ਸਾਂ ਕਿ ਤੁਸੀਂ ਇੱਕ ਦਿਨ ਬੜੇ ਦੁਖੀ ਹੋ ਕੇ ਗੱਲ ਕਰ ਰਹੇ ਸੋ, ਮੈਂ ਤੁਹਾਨੂੰ 1-2 ਐਗਜ਼ਾਮਪਲ ਕੋਡ ਕਰਾਂਗਾ ਇਹਦੇ 'ਚ। ਦੇਖੋ ਜਿਹੜੇ ਟਰਸਟ ਸ਼ੁਰੂ ਹੋਈ ਨਾ ਸਾਡੇ ਏਰੀਏ 'ਚ, ਤਾਂ ਟਰਸਟ ਸ਼ੁਰੂ ਹੋ ਗਈ, ਫਿਰ ਅਸੀਂ ਪ੍ਰੋਗਰਾਮ ਜਿਹੜਾ ਕੋਈ 7-8 ਮਹੀਨੇ ਬਾਅਦ ਸ਼ਾਇਦ ਆਇਆ, ਅਸੀਂ ਪਾਠ ਰਖਾਇਆ, ਫਿਰ ਪ੍ਰੋਗਰਾਮ ਹੋਇਆ। ਮੈਂ ਤੁਹਾਨੂੰ ਦੱਸਾਂ ਕਿ ਮਤਲਬ ਇਸ ਲੈਵਲ ਤੱਕ ਉੱਥੇ ਕਿਹਾ ਗਿਆ ਕਿ ਭਾਈ ਇਸ ਪ੍ਰੋਗਰਾਮ ਵਿੱਚ ਨਹੀਂ ਜਾਣਾ। ਮਤਲਬ ਇਤਨੇ ਵੀ ਨੈਗੇਟਿਵ ਲੋਕ ਹੁੰਦੇ ਨੇ, ਮੈਨੂੰ ਨਹੀਂ ਪਤਾ ਸੀ ਕਿ ਐਸੇ ਲੋਕ ਵੀ ਹੁੰਦੇ ਨੇ ਕਿ ਜਿਹੜੇ ਗੁਰੂ ਘਰ ਵਿੱਚ ਕਹਿਣਗੇ ਕਿ ਉੱਥੇ ਨਹੀਂ ਜਾਣਾ। ਭਾਈ ਇਹ ਅਸੀਂ ਜਿਹੜੀ ਹੈ ਮੜ ਬਲਾਕ ਹੱਸਦੇ ਆ ਪੂਰਾ, ਕਿਸੇ ਇੱਕ ਬੰਦੇ ਨੂੰ, ਕੋਈ ਵੀ ਬੰਦਾ ਹੋਏ, ਕਿਸੇ ਬੰਦੇ ਦੇ ਨਾਲ ਉਹਦੀ ਨਹੀਂ ਅਗਰ ਕੋਈ ਬਣਦੀ ਜਾਂ ਕੋਈ ਐਸੀ ਗੱਲ ਨਹੀਂ ਹੁੰਦੀ ਤੇ ਉਹ ਮਤਲਬ ਤੁਸੀਂ ਐਸੀ ਗੱਲ ਕਰੋ ਕਿ ਭਾਈ ਨਹੀਂ ਜਾਣਾ ਜੀ ਉੱਥੇ, ਪਾਰਟੀਬਾਜੀ। ਔਰ ਸਭ ਤੋਂ ਜਿਹੜਾ ਨੁਕਸਾਨ ਜਿਹੜਾ ਪਾਟੋ ਧਾੜ ਸਾਡੀ ਹੈ ਨਾ, ਇਹ ਸਾਡੀ ਜਿਹੜੀ ਹੈ, ਇਹ ਜਿਹੜੀਆਂ ਪਾਰਟੀਬਾਜੀ ਹਨ, ਇਹ ਮੈਂ ਕਹਿੰਦਾ ਇਹ ਤੇ ਖਤਮ ਹੋ ਗਿਆ। ਵੈਸੇ ਕਾਫੀ ਹੱਦ ਤੱਕ ਇਹ ਖਤਮ ਵੀ ਹੋਇਆ, ਲੇਕਿਨ ਮੈਂ ਕਹਿੰਦਾ ਅਜੇ ਵੀ ਅਸੀਂ ਅਗਰ ਸਾਰੇ ਜਿਹੜੀ ਹੈ ਸਿੱਖ ਕਮਿਊਨਿਟੀ ਇੱਕ ਪਲੇਟਫਾਰਮ 'ਚ ਆ ਜਾਈਏ ਨਾ, ਤੇ ਮੈਂ ਕਿਉਂਕਿ ਬਤੌਰੇ ਇਲੈਕਸ਼ਨ ਨੂੰ ਡੀਲ ਕਰਦਾ ਪਿਆ, ਸਾਡੀਆਂ 2-3 ਕਾਂਸਟੀਚੁਐਂਸੀ 'ਚ ਸਿੱਖ ਜਿਹੜੀ ਹੈ MLA ਵੀ ਆ ਸਕਦਾ, ਤੇ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਅਗਰ ਸਾਡੀ ਇਹ ਖਤਮ ਹੋ ਜਾਏ। ਇਹ ਵੈਸੇ ਗੱਲ ਕਰਨੀ ਲੇਕਿਨ ਮੈਂ ਤੁਹਾਨੂੰ ਐਸੇ ਸਿੱਖ ਕਮਿਊਨਿਟੀ ਨਾਲ ਬਿਲੋਂਗ ਕਰਦਾ, ਇਸ ਕਰਕੇ ਮੈਂ ਕਹਿ ਰਿਹਾ ਕਿ ਅਗਰ ਐਸੀ ਕੋਈ ਗੱਲ ਹੋਏ, ਇਸ ਕਰਕੇ ਅਸੀਂ ਜਿਹੜਾ ਕਿੰਤੂ ਪਰੰਤੂ, ਕਿਉਂਕਿ ਦੇਖੋ ਤੁਸੀਂ ਜਿਹੜੇ ਕਿਸੇ ਨੂੰ ਇੱਕ ਉਂਗਲ ਚੁੱਕਦੇ ਹੋ ਨਾ, ਤੇ 2-3-4 ਉਂਗਲੀਆਂ ਤੁਹਾਡੇ ਵੱਲ ਹੀ ਉਹ ਇਸ਼ਾਰਾ ਕਰਦੀਆਂ ਕਿ ਬਈ ਤੂੰ ਤੇ ਕਹਿ ਰਿਹਾ ਕਿਸੇ ਨੂੰ, ਤੇ ਤੂੰ ਕੀ ਕਰ ਰਿਹਾ। ਇਸ ਕਰਕੇ ਅਸੀਂ ਕੋਸ਼ਿਸ਼ ਕਰੀਏ ਕਿ ਬਈ ਮਾੜਾ ਕੋਈ ਵੀ ਨਹੀਂ ਹੁੰਦਾ, ਹਰ ਬੰਦਾ ਚੰਗਾ ਹੈ। ਜੇ ਅਸੀਂ ਖੁਦ ਜਿਹੜੇ ਆ ਉਹ ਅਸੀਂ ਅਗਰ ਗਲਤ ਹੋਵਾਂਗੇ ਤਾਂ ਦੂਸਰਾ ਵੀ ਇਸ ਤਰ੍ਹਾਂ ਦਾ ਹੋਏਗਾ।
मैं रजौरी ਤੁਹਾਨੂੰ ਦੱਸਾਂ ਇੱਕ ਮੈਂ ਜਿਹੜੇ ਮੇਰੀ ਪੋਸਟਿੰਗ ਹੋਈ ਤੇ ਮੈਨੂੰ ਬੜਾ ਕੁਝ ਨਵਾਂ ਪਹਿਲੀ ਵਾਰ ਮੈਂ ਗਿਆ ਜਦੋਂ ਤੇ ਮੈਨੂੰ ਬੜਾ ਡਰਾਇਆ ਉਹਨਾਂ ਨੇ ਕਹਿਣ ਲੱਗੇ ਜੀ ਬੜੇ ਲੋਕ ਉੱਥੇ ਦੇ ਖਤਰਨਾਕ ਹੈ। ਮੈਂ ਰਮਨ ਜੀ ਤੁਹਾਨੂੰ ਮੈਂ ਇਹ ਅੱਜ ਮੈਂ ਬੜੇ ਫਖਰ ਨਾਲ ਵੀ ਕਹਿ ਰਿਹਾ ਔਰ ਸ਼ਾਇਦ ਰਜੌਰੀ ਦੇ ਅਗਰ ਕੋਈ ਸੁਣਦੇ ਹੋਣਗੇ ਉਹ ਵੀ ਸ਼ਾਇਦ ਜੀ ਕੋਈ ਕਮੈਂਟ ਮੈਨੂੰ ਰਜੌਰੀ 'ਚ ਸਿੱਖ ਕਮਿਊਨਿਟੀ ਤੇ ਚਲੋ ਪਿਆਰ ਕੀਤਾ ਹੀ ਕੀਤਾ ਲੇਕਿਨ ਮੈਨੂੰ ਹਿੰਦੂ ਕਮਿਊਨਿਟੀ ਮੈਨੂੰ ਮੁਸਲਿਮ ਕਮਿਊਨਿਟੀ ਇਤਨਾ ਪਿਆਰ ਦਿੱਤਾ ਉਹਨਾਂ ਨੇ ਔਰ ਜਦੋਂ ਮੈਂ ਉੱਥੋਂ ਟ੍ਰਾਂਸਫਰ ਹੋ ਕੇ ਆਇਆ ਮੈਨੂੰ 7 ਦਿਨ ਲੱਗੇ ਉੱਥੇ ਕਦੇ ਕਿੱਧਰ ਜਾਣਾ ਉੱਧਰ ਜਾਣਾ 7 ਦਿਨ ਬਾਅਦ ਮੈਂ ਰਿਲੀਵ ਹੋਇਆ ਉੱਥੋਂ। ਮਤਲਬ ਅਗਰ ਮੈਨੂੰ ਡਰਾਉਂਦੇ ਸਨ ਸ਼ੁਰੂ ਤੋਂ ਮੈਨੂੰ ਸਾਰਿਆਂ ਨੇ ਡਰਾਇਆ ਭਾਈ ਉੱਥੇ ਬੜੀ ਰਜੌਰੀ 'ਚ ਜਿਹੜੇ ਲੋਕ ਥੋੜੇ ਜਿਹੇ ਮੈਨੂੰ ਨਹੀਂ ਲੱਗਿਆ ਕੋਈ ਹਿੱਸਾ। ਇਸ ਕਰਕੇ ਅਗਰ ਅਸੀਂ ਆਪ ਨੂੰ ਠੀਕ ਹੋਈਏ ਨਾ ਤੇ ਮੈਂ ਕਹਿੰਦਾ ਸਾਰੇ ਠੀਕ। ਦੂਸਰੀ ਐਗਜ਼ਾਮਪਲ ਤੁਹਾਨੂੰ ਮੈਂ ਰਿਲੇਟਿਡ ਜਿਸ ਨਾਲ ਤੁਹਾਨੂੰ ਮੈਂ ਸਿਰਫ ਮੈਂ ਤੁਹਾਡਾ ਜਿਹੜਾ ਨਾ ਤੁਹਾਨੂੰ ਐਨਕਰੇਜ ਵੀ ਕਰ ਰਿਹਾ ਨਾਲ ਨਾਲ ਕਿਉਂਕਿ ਮੈਂ ਦੇਖ ਰਿਹਾ ਬਹੁਤ ਬਹੁਤ ਧੰਨਵਾਦ ਇਹਦੇ ਲਈ ਤੁਹਾਡਾ ਕਿਉਂਕਿ ਤੁਹਾਡੀਆਂ ਗੱਲਾਂ ਨੂੰ ਮੈਂ ਜ਼ਰੂਰ ਅਮਲ ਦੇ ਵਿੱਚ ਜਲਦੀ ਅਮਲ ਕਰਾਂਗੀ ਕਿਉਂਕਿ ਮੈਨੂੰ ਪਤਾ ਹੈ ਕਿ ਕੋਈ ਕਿਸੇ ਨੇ ਬਹੁਤ ਧਿਆਨ ਨਾਲ ਹਾਂਜੀ ਹਾਂਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਇਹਨੂੰ ਜਾਰੀ ਰੱਖੋ। ਕ੍ਰਿਟਿਸਿਜ਼ਮ ਜਿਹੜੇ ਕਰ ਰਹੇ ਉਹਨੂੰ ਕਰਨ ਦੇ ਉਹਨਾਂ ਦੇ ਪਾਸੇ ਧਿਆਨ ਹੀ ਨਹੀਂ ਦੇਣਾ। ਦੂਸਰਾ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦਿਆਂ ਮੇਰੀ ਜਦੋਂ ਇਹ 2001 ਦੀ ਗੱਲ ਹੈ ਜਾਂ 2002 ਦੀ 2000 ਵਿੱਚ ਮੇਰੀ ਇਹ ਜੌਬ ਲੱਗੀ ਉਸ ਤੋਂ ਬਾਅਦ 2001-2 ਦੀ ਗੱਲ ਹੈ ਤਾਂ ਮੇਰੇ ਨਾਲ ਇੱਕ ਮੇਰਾ ਸਾਥੀ ਸੀ ਉਹ ਮੇਰੇ ਨਾਲ ਇੱਥੇ ਸਕੂਲ ਪੜ੍ਹਦਾ ਸੀ ਤੇ ਉਹ ਜੌਬ ਕਰਦਾ ਸੀ ਬਾਅਦ ਵਿੱਚ 2002 'ਚ ਉਹ ਵੀ ਜੌਬ ਕਰਦਾ ਸੀ ਮੈਂ ਵੀ ਜੌਬ ਵੀ ਕਰਦਾ ਸੀ। ਉਹ ਮੈਨੂੰ ਮਿਲ ਗਿਆ ਇੱਕ ਦਿਨ ਤੇ ਮੈਨੂੰ ਕਹਿਣ ਲੱਗਾ ਜੀ ਅਸੀਂ ਕੋਈ ਲਿਸਟ ਬਣਾਈ ਹੈ ਕੋਈ 20-25 ਬੰਦਿਆਂ ਦੀ ਤੇ ਤੇਰਾ ਵੀ ਨਾਮ ਉਹਦੇ 'ਚ ਅਸੀਂ ਲਿਖਿਆ ਤੇ ਅਸੀਂ ਕੋਈ ਕੰਮ ਸ਼ੁਰੂ ਕਰ ਰਹੇ ਹਾਂ ਚੰਗਾ ਕੋਈ ਭਲੇ ਦਾ ਸਿੱਖ ਕਮਿਊਨਿਟੀ ਦੀ। ਮੈਂ ਕਿਹਾ ਦੱਸੋ ਕੀ ਕਰ ਰਹੇ ਹੋ ਤੁਸੀਂ ਭਲੇ ਦਾ ਕੰਮ। ਕਹਿਣ ਲੱਗਾ ਜੀ ਸਾਡੇ ਇੱਥੇ ਗੋਲ ਗੁਜਰਾਲ ਦੇ ਬੱਚੇ ਕੁਝ ਜਿਹੜੇ ਨੰਬਰ 6 ਲੈ ਲੈਂਦੇ ਪੜ੍ਹੇ ਲਿਖੇ ਦੇ ਨੰਬਰ 6 ਲੈਂਦੇ ਲੇਕਿਨ ਵਿਚਾਰੇ ਅੱਗੇ ਐਡਮਿਸ਼ਨ ਨਹੀਂ ਲੈ ਸਕਦੇ ਕਿਉਂਕਿ ਉਹਨਾਂ ਦੇ ਘਰ ਦੇ ਹਾਲਾਤ ਇਸ ਤਰ੍ਹਾਂ ਦੇ। ਤੇ ਅਸੀਂ ਸਾਰੇ ਜਿਹੜੇ 20-25 ਬੰਦੇ ਅਸੀਂ 30 ਬੰਦਿਆਂ ਦੀ ਲਿਸਟ ਕੋਈ 20 ਦੀ ਬਣਾ ਲਈਏ ਔਰ 25-30 ਬੰਦੇ ਕਰਾਂਗੇ ਤੇ ਅਸੀਂ ਇੱਕ ਲਿਸਟ ਬਣਾ ਕੇ ਆਪਸ ਵਿੱਚ ਕੰਟਰੀਬਿਊਸ਼ਨ ਕਰਕੇ ਤੇ ਉਹਨਾਂ ਦੇ ਬੱਚਿਆਂ ਨੂੰ ਜਿਹੜੀ ਹੈ ਐਡਮਿਸ਼ਨ ਐਟਲੀਸਟ ਕਿਸ ਤਰ੍ਹਾਂ ਦੀ। ਤੇ ਮੈਂ ਬੜਾ ਖੁਸ਼ ਹੋਇਆ ਮੈਂ ਕਿਹਾ ਬਹੁਤ ਵਧੀਆ ਕਰ ਰਹੇ ਹੋ ਤੁਸੀਂ ਤੇ ਮੇਰਾ ਨਾਮ ਲਿਖ ਲਓ। ਕਹਿਣ ਲਈ ਨਹੀਂ ਤੁਸੀਂ ਮੈਂ ਕਿਹਾ ਨਹੀਂ ਤੁਸੀਂ ਲਿਖ ਲਓ ਮੇਰਾ ਨਾਮ ਤੇ ਮੈਨੂੰ ਜਿਹੜੇ ਜੋ ਸੇਵਾ ਕਹੋਗੇ ਮੈਂ ਹਾਜ਼ਰ ਹਾਂ। ਤੁਸੀਂ ਮੈਨੂੰ ਮੈਸੇਜ ਕਰ ਦੇਣਾ। ਉਸ ਟਾਈਮ ਵੀ ਇਹ ਮੋਬਾਈਲ ਨਹੀਂ ਹੁੰਦੇ ਸਨ ਲੈਂਡਲਾਈਨ ਹੁੰਦੇ ਸਨ। ਹੋ ਗਈ ਗੱਲ ਉਸ ਤੋਂ ਬਾਅਦ 1 ਮਹੀਨਾ 2 4 6 ਮਹੀਨੇ ਬੀਤ ਗਏ 7-8 ਮਹੀਨੇ ਹੋ ਗਏ ਮੈਨੂੰ ਮਿਲਿਆ ਵੀ ਨਹੀਂ ਉਹ ਕਿਉਂਕਿ ਮੈਂ ਵੀ ਆਪਣੀ ਨੌਕਰੀ 'ਚ ਅੱਗੇ ਪਿੱਛੇ ਉਹ ਵੀ ਰਹਿੰਦਾ ਸੀ। ਉਹ ਇੱਕ ਦਿਨ ਮੈਨੂੰ 7-8 ਮਹੀਨੇ ਦੇ ਬਾਅਦ ਨਾ ਆਮਣੇ ਸਾਹਮਣੇ ਆ ਗਏ ਅਸੀਂ। ਮੈਂ ਉਹਨੂੰ ਪੁੱਛ ਲਿਆ ਮੈਂ ਕਿਹਾ ਯਾਰ ਤੂੰ ਕਹਿ ਰਿਹਾ ਸੀ ਕਿ ਭਈ ਇਹ ਪ੍ਰੋਗਰਾਮ ਅਸੀਂ ਕਰ ਰਹੇ ਹਾਂ ਤੇ ਤੂੰ ਮੇਰਾ ਨਾਂ ਹੀ ਕੱਟ ਛੱਡਿਆ ਤੂੰ ਆਪੂ ਹੀ ਲੱਗੇ ਹੋ ਤੁਸੀਂ। ਕਹਿਣ ਲੱਗਾ ਯਾਰ ਨਾਂ ਤਾਂ ਨਹੀਂ ਕੱਟਿਆ ਤੇਰਾ ਅਸੀਂ ਪ੍ਰੋਗਰਾਮ ਹੀ ਕੈਂਸਲ ਕਰ ਛੱਡਿਆ। ਮੈਂ ਕਿਹਾ ਕਿਉਂ। ਕਹਿਣ ਲੱਗਾ ਕਿ ਭਈ ਕਿਸੇ ਨੂੰ ਪਤਾ ਲੱਗ ਗਿਆ ਤੇ ਉਹਨੇ ਜਾ ਕੇ ਕਿਸੇ ਜਿੱਥੇ ਉਹਨਾਂ ਨੇ ਪ੍ਰੋਗਰਾਮ ਰੱਖਿਆ ਸੀ ਕੋਈ ਦੁਕਾਨਦਾਰ ਸੀ ਉਸਦਾ ਇਹ ਡਿਸ਼ ਦਾ ਕੰਮ ਕਰਦਾ ਸੀ ਉਹ ਉੱਥੇ ਬੈਠ ਕੇ ਕਹਿੰਦਾ ਅਸੀਂ ਸਾਰਾ ਕਰਨਾ ਸੀ ਪਲਾਨ ਕੇ ਭਈ ਕਿਸੇ ਦੇ ਘਰ ਤੇ ਅਸੀਂ 20 ਬੰਦੇ ਬਹਿ ਨਹੀਂ ਸਕਦੇ ਉਸ ਦੁਕਾਨ ਵਿੱਚ ਬਹਿ ਕੇ ਜੋ ਵੀ ਡਿਸਾਈਡ ਕਰਨਾ। ਤੇ ਅਸੀਂ ਉਹਦੇ ਨਾਲ ਗੱਲ ਕੀਤੀ ਸੀ ਤੇ ਉੱਥੇ ਬੰਦਾ ਕੋਈ ਪੁੱਜ ਗਿਆ ਤੇ ਉੱਥੇ ਜਾ ਕੇ ਉਹਨੂੰ ਕਹਿੰਦਾ ਵੀ ਲੀਡਰ ਤੇ ਅਸੀਂ ਹਾਂ ਤੂੰ ਕਿੱਥੇ ਦਾ ਲੀਡਰ ਬਣ ਗਿਆ ਤੁਸੀਂ ਕਿਹੜਾ ਕੰਮ ਸ਼ੁਰੂ ਕਰ। ਤੁਸੀਂ ਸੋਚੋ ਕਿ ਭਈ ਇਹ ਕੋਈ ਲੀਡਰੀ ਦੀ ਗੱਲ ਹੈ ਭਲੇ ਦੀ ਕੰਮ ਅਗਰ ਕੋਈ ਕਰ ਰਿਹਾ ਹੈ ਤੇ ਭਈ ਕਿਉਂ ਨਹੀਂ ਕਰਨ ਦਿੰਦੇ ਤੁਸੀਂ। तो कहता वो दुकानदार ने हथ जोड़े कह लगा भाई गल है मैं लोगों के बच्चों को पालदा मैनू कहते तेन तेरा समान बाहर करके सुट देंगे तो तू दुकान करनी है। वो कहता मैं अपने बच्चों के सड़क च लियांगा मैं नहीं भाई मैं ना तुहाडा मैंबर तो ना मैं सेवा करनी है। तो असा ने कैंसल ही कर छड़िया और उस तो बाद ना मेरा दिल भी टुट गया। मैं कहा अगर असी इस तरह की सोच रखते हैं फिर लेकिन फिर भी चलो वाहिगुरू की मेहर है असी उस तो बाद फिर आस्ता आस्ता ये जो कोई ना कोई करीदा और कुछ चीज़ां ਜਿਹੜੀਆਂ ਤੁਹਾਨੂੰ मैं चैनल ਵਿੱਚ मैं अच्छा भी नहीं समझता कि कुछ दसीए कि किया मैं या के करना है वो एक वडियाई मात्र हो जाता है लोगों को भी पता है कि मैं के कर रहा या के नहीं कर रहा। तो बाकी मेन गल सी ट्रस्ट की ट्रस्ट का मैं तुहाडे इस चैनल के माध्यम तो भी ट्रस्ट के अपने गोल गुजराल बस्ती और खास करके मड़ ब्लाक में ये बेनती करांगा कि इस ट्रस्ट का क्योंकि सारिਆਂ ਦਾ है गोल गुजराल के असीं तो एक निमाणे जे एक ਉਹਦੇ ਵਰਕਰ ਆ ਅਸੀਂ ਥੋੜਾ ਜਿਹਾ ਨਾਲ ਹੋ ਕੇ ਉਹ ਕਰਦੇ ਆ ਬਾਕੀ ਇਹ ਸਾਰਿਆਂ ਦਾ ਟਰਸਟ ਹੈ ਉਸ ਨੂੰ ਮਿਲ ਕੇ ਜਿਹੜਾ ਇਸ ਨੂੰ ਚਲਾਉਣਾ ਚਾਹੀਦਾ ਔਰ ਸਾਡਾ ਫਰਜ਼ ਵੀ ਬਣਦਾ ਹੈ। ਕਿੰਤੂ ਪਰੰਤੂ ਲੈ ਲੋਕਾਂ ਨੇ ਕਿੰਤੂ ਪਰੰਤੂ ਕਰਦੇ ਰਹਿਣਾ ਕਾਰਮਾ ਚੱਲਦਾ ਰਹੇਗਾ ਇਸ ਤਰ੍ਹਾਂ ਜੀ। ਔਰ ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਤੁਸੀਂ ਸਾਨੂੰ ਦਰਸ਼ਕਾਂ ਨੂੰ ਤੇ ਸਮਝਾਇਆ ਨਾਲ ਮੈਨੂੰ ਵੀ ਬਹੁਤ ਕੁਝ ਸਮਝਾਇਆ ਹੈ ਔਰ ਇਸ ਨੂੰ ਮੈਂ ਜ਼ਰੂਰ ਹੁਣ ਮੈਨੂੰ ਥੋੜਾ ਜਿਹਾ ਹੌਸਲਾ ਵੀ ਮਿਲਿਆ ਹੈ ਕਿਉਂਕਿ ਜਦੋਂ ਕੋਈ ਬਹੁਤ ਜ਼ਿਆਦਾ ਸਿਆਣੀਆਂ ਗੱਲਾਂ ਕਿ ਬਹੁਤ ਜਦੋਂ ਤੁਹਾਡੇ ਲਾਭ ਦੇ ਲਈ ਗੱਲਾਂ ਤੁਹਾਨੂੰ ਸੁਣਨ ਨੂੰ ਮਿਲਦੀਆਂ ਨੇ ਤਾਂ ਫਿਰ ਇੱਕ ਹੌਸਲਾ ਹੋਰ ਜ਼ਿਆਦਾ ਮਜ਼ਬੂਤ ਹੋ ਜਾਂਦਾ ਹੈ ਕਿ ਸ਼ਾਇਦ ਮੈਨੂੰ ਇੱਥੇ ਉਹ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਅਗਰ ਕੋਈ ਕੰਮ ਅਗਰ ਕਹਿੰਦੇ ਨੇ ਨਾ 100 ਦੇ ਵਿੱਚੋਂ ਜੇ ਤੁਸੀਂ ਕਿਹਾ ਕਿ ਅਗਰ ਕੰਮ ਹੀ ਨਹੀਂ ਕਰਾਂਗੇ ਤਾਂ ਫਿਰ ਕ੍ਰਿਟਿਸਾਈਜ਼ ਕਿਵੇਂ ਹੋਏਗਾ ਸਾਨੂੰ ਕੋਈ ਕ੍ਰਿਟਿਸਾਈਜ਼
ਕਹਿੰਦੇ ਨੇ ਨਾ ਕਿ ਗੱਲ ਵੀ ਉਹਦੀ ਹੁੰਦੀ ਹੈ ਜਿਹਦੇ ਚ ਕੋਈ ਗੱਲ ਹੁੰਦੀ ਹੈ। ਇਹ ਬਿਲਕੁਲ ਕਹਿ ਦਿੰਦਾ। ਲੇਕਿਨ 100 ਕੰਮ ਤੁਸੀਂ ਅਗਰ 100 ਕੰਮ ਕੀਤੇ ਨਾ ਉਹਦੇ 10 ਗਲਤੀਆਂ ਵੀ ਕਰ ਲਈਆਂ ਨਾ ਤੁਸੀਂ, ਤੇ ਫਿਰ ਕੋਈ ਉਹਦੇ ਚ ਕੋਈ ਮੈਟਰ ਨਹੀਂ ਕਰਦਾ। ਤੁਸੀਂ 90 ਕੰਮ ਤੇ ਕੀਤੇ ਨਾ ਅੱਛੇ, ਗਲਤੀਆਂ ਤੇ ਦੇਖੋ ਕੰਮ, ਗਲਤੀ ਤੇ ਇਨਸਾਨ ਕੋਲ ਹੋਏਗੀ ਨਾ, ਇਨਸਾਨ ਗਲਤੀ ਦਾ ਪੁਤਲਾ ਹੈ, ਉਹਨੇ ਗਲਤੀ ਕਰਨੀ ਹੈ। ਤੇ ਫਿਰ ਤੁਸੀਂ ਕਹੋ ਕਿ ਅਸੀਂ ਬੈਠ ਹੀ ਜਾਈਏ ਚੁੱਪ ਕਰਕੇ, ਕੁਝ ਕਰਨਾ ਹੀ ਨਹੀਂ, ਤੇ ਫਿਰ ਗਲਤੀ ਕਿੱਥੋਂ ਹੋਣੀ ਹੈ? ਗਲਤੀ ਤਾਂ ਹੋਣੀ ਨਹੀਂ। ਇਸ ਕਰਕੇ ਜਿਨ੍ਹਾਂ ਨੇ ਉਹ ਆਪਣਾ ਕੰਮ ਕਰਨਗੇ, ਤੁਸੀਂ ਆਪਣਾ ਕੰਮ ਕਰੀ ਜਾਓ। ਤੁਸੀਂ, ਮੈਂ ਤੁਹਾਨੂੰ ਇਹ ਪ੍ਰੈਕਟੀਕਲ ਐਕਸਪੀਰੀਅੰਸ ਸ਼ੇਅਰ ਕਰ ਰਿਹਾ, ਕਿਉਂਕਿ ਤੁਸੀਂ ਵੀ, ਮੈਨੂੰ ਨਹੀਂ ਲੱਗਦਾ ਕੋਈ ਜ਼ਿਆਦਾ 5-6 ਸਾਲ ਹੀ ਹੋਏ ਨੇ ਤੁਹਾਨੂੰ ਇਸ ਚੈਨਲ ਤੇ ਆਏ ਦੇ, ਜਾਂ ਕਿੰਨੇ ਸਾਲ ਹੋਏ ਨੇ? 4-5 ਸਾਲ ਹੋਏ ਹੋਣੇ, 6-7 ਸਾਲ। ਨਹੀਂ, ਮੈਨੂੰ ਮੀਡੀਆ ਇਸ ਲਾਈਨ ਦੇ ਵਿੱਚ ਆਏ ਹਲੇ ਸਿਰਫ 9 ਹੀ ਮਹੀਨੇ ਹੋਏ ਨੇ। ਅੱਛਾ, ਤੁਸੀਂ ਹੁਣ ਜੀ ਰੀਸੈਂਟਲੀ ਆਏ ਹੋ। ਇਸ ਕਰਕੇ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਜਿਹੜਾ ਪ੍ਰੈਕਟੀਕਲ ਹੈ ਨਾ, ਇਹ ਵੀ ਸ਼ੇਅਰ ਕਰ ਰਿਹਾ, ਤਾਂ ਕਿ ਮੈਂ ਦੇਖ ਰਿਹਾ ਸੀ ਨਾ ਉਸ ਦਿਨ ਤੁਸੀਂ, ਮੈਂ ਦੇਖਿਆ ਤੁਸੀਂ ਬੜੇ ਹੋਏ ਦੇ ਸੋ, ਮਤਲਬ ਤੁਸੀਂ ਦੁਖੀ ਸੋ ਕਾਫੀ। ਇਸ ਕਰਕੇ ਦੁਖੀ ਨਹੀਂ ਹੋਣਾ, ਕੰਮ ਜਿਹੜਾ ਉਹ ਕਰਦੇ ਰਹਿਣਾ, ਆਪਣਾ ਕੰਮ ਸਿਰਫ ਉੱਪਰ ਵਾਲੇ ਦਾ ਦੇਖਣਾ ਕਿ ਉਹ ਗਲਤ ਕਾਂਸ਼ੀਅਸ ਸਾਡੀ ਗਲਤ ਨਹੀਂ ਹੋਣੀ ਚਾਹੀਦੀ। ਬਾਕੀ ਕ੍ਰਿਟਿਸਿਜ਼ਮ ਦੁਨੀਆ 'ਚ ਚੱਲਦਾ ਹੀ ਆਇਆ, ਤੁਹਾਨੂੰ ਪਤਾ ਹੈ ਕਦੋਂ ਦਾ ਚੱਲਦਾ, 1699 ਤੋਂ ਚੱਲਿਆ ਸੀ, ਤੇ ਅੱਜ ਚੱਲਦਾ ਹੀ ਰਹਿਣਾ, ਅੱਗੇ ਵੀ ਚੱਲਦਾ ਰਹਿਣਾ। ਕ੍ਰਿਟਿਸਿਜ਼ਮ ਕਰਨ ਵਾਲੇ ਨੂੰ ਕਰਦੇ ਰਹਿੰਦੇ ਹੋ ਕ੍ਰਿਟਿਸਿਜ਼ਮ ਜੀ। ਇਸ ਦੇ ਉੱਪਰ ਤੁਹਾਨੂੰ ਮੈਂ ਇੱਕ ਹੋਰ ਜਿਹੜੀ ਹੈ, ਇਹ ਬੜੀ ਮਸ਼ਹੂਰ ਜੀ ਕਹਾਵਤ ਹੈ, ਉਹ ਵੀ ਸੁਣਾ ਦਿਆਂ, ਤਾਂ ਕਿ ਤੁਹਾਡਾ ਹੋਰ ਥੋੜਾ ਜਿਹਾ ਹੌਸਲਾ ਬੁਲੰਦ ਵੀ ਹੋ ਜਾਏਗਾ। ਇੱਕ ਵਾਰ ਕੋਈ ਬੰਦਾ ਸੀ ਨਾ, ਤੇ ਉਹ ਦਰਿਆ ਵਿੱਚ ਉਹ ਬਿੱਛੂ ਸੀ, ਤੇ ਬਿੱਛੂ ਡੁੱਬ ਰਿਹਾ ਸੀ, ਤੇ ਉਸਨੂੰ ਕੱਢ ਰਿਹਾ ਸੀ ਬਾਰ-ਬਾਰ। ਤੇ ਜਿਉਂ ਹੀ ਬਿੱਛੂ ਨੂੰ ਉਹ ਬਾਹਰ ਕੱਢਦਾ ਸੀ ਨਾ, ਉਹ ਬਚਾਉਣੇ ਦੀ ਕੋਸ਼ਿਸ਼ ਕਰਦਾ ਸੀ ਬੰਦਾ, ਜਿਹੜੇ ਬਾਹਰ ਕੱਢਦਾ ਸੀ, ਉੱਪਰ ਕਿਨਾਰੇ ਕੋਲ ਲਿਆਂਦਾ ਸੀ, ਤੇ ਉਹਨੂੰ ਡੰਗ ਮਾਰਦਾ ਸੀ, ਉਦੋਂ ਫਿਰ ਡਿੱਗ ਜਾਂਦਾ ਸੀ ਵਿੱਚ। ਉਹ ਫਿਰ ਉਸਨੂੰ ਥੱਲੋਂ ਚੁੱਕਦਾ ਸੀ, ਫਿਰ ਉੱਪਰ ਲਿਆਂਦਾ ਸੀ, ਫਿਰ ਡੰਗ ਵੱਜਦਾ ਸੀ। ਫਿਰ ਉਹ ਇੱਕ ਕੋਈ ਸਾਧੂ ਮਹਾਂਪੁਰਸ਼ ਕੋਈ ਲੰਘ ਰਹੇ ਸਨ ਉੱਥੋਂ, ਉਹ ਦੇਖ ਰਹੇ ਉਹਦਾ ਕੁੱਤਕ ਕਿ ਭਈ ਕੀ ਕਰ ਰਿਹਾ ਹੈ ਬੰਦਾ, ਇਹ ਬਾਰ-ਬਾਰ ਇਹਨੂੰ ਕੱਢਦਾ ਹੈ, ਫਿਰ ਇਹ ਡੰਗ ਮਾਰਦਾ ਇਹਨੂੰ, ਫਿਰ ਡਿੱਗ ਜਾਂਦਾ, ਫਿਰ ਕੋਸ਼ਿਸ਼ ਕਰਦਾ। ਫਿਰ ਤੇ ਉਹਨਾਂ ਨੇ ਪੁੱਛਿਆ ਮਹਾਂਪੁਰਸ਼ਾਂ ਨੇ ਉਸਨੂੰ, ਬੰਦੇ ਨੂੰ, ਵੀ ਤੂੰ ਕੀ ਕਰ ਰਿਹਾ ਹੈ, ਕਿ ਤੈਨੂੰ ਤੇ ਬਾਰ-ਬਾਰ ਡੰਗ ਮਾਰ ਰਿਹਾ, ਤੂੰ ਕਿਉਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ? ਉਹਨੇ ਕਿਹਾ ਕਿ ਅਗਰ ਇਹ ਬਿੱਛੂ ਹੋ ਕੇ ਆਪਣਾ ਕੰਮ ਨਹੀਂ ਛੱਡ ਰਿਹਾ, ਤੇ ਮੈਂ ਕਿਉਂ ਆਪਣਾ ਕੰਮ ਛੱਡਾਂ? ਮਤਲਬ ਬਿੱਛੂ ਦਾ ਕੰਮ ਹੈ ਡੰਗ ਮਾਰਨਾ, ਤੇ ਡੰਗ ਮਾਰ ਰਿਹਾ, ਮੇਰਾ ਕੰਮ ਹੈ ਸੇਵਾ ਕਰਨਾ, ਮੈਂ ਸੇਵਾ ਕਰਾਂ। ਇਸ ਕਰਕੇ ਤੁਸੀਂ ਸੇਵਾ ਕਰ ਰਹੇ ਹੋ, ਤੁਸੀਂ ਸੇਵਾ ਕਰੋ, ਜਿਨ੍ਹਾਂ ਨੇ ਡੰਗ ਮਾਰਨੇ ਉਹਨਾਂ ਨੂੰ ਡੰਗ ਮਾਰਨ ਦਿਓ। ਜੀ ਮੈਂ ਬਹੁਤ ਵਧੀਆ ਲੱਗਿਆ ਕਿ ਅੱਜ, ਔਰ ਸਾਡੀ ਖੁਸ਼ਕਿਸਮਤੀ ਹੈ ਕਿ ਆਪਾਂ ਇੱਕ ਬਾਣੀ ਚੈਨਲ ਦੇ ਰਾਹੀਂ ਸਾਡੇ ਦਰਸ਼ਕ ਵੀ ਤੁਹਾਨੂੰ ਸੁਣ ਰਹੇ ਨੇ, ਔਰ ਅਸੀਂ ਵੀ ਤੁਹਾਡੇ ਨਾਲ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ, ਔਰ ਤੁਸੀਂ ਆਪਣੇ ਬਹੁਤ ਹੀ ਵਡਮੁੱਲੇ ਵਿਚਾਰ ਆ ਜਿਹੜੇ ਸਾਡੇ ਨਾਲ ਸਾਂਝੇ ਕੀਤੇ ਨੇ। ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ, ਔਰ ਅੱਗੇ ਵੀ ਤੁਹਾਡੇ ਕੋਲੋਂ ਸੇਧ ਲੈ ਕੇ ਚੱਲਦੇ ਰਵਾਂਗੇ। ਔਰ ਇੱਥੇ ਬਹੁਤ ਸਾਰੇ ਕਮੈਂਟਸ ਨੇ, ਬਹੁਤ ਸਾਰਾ ਥੈਂਕਸ ਵੀ ਤੁਹਾਨੂੰ ਕਰ ਰਹੇ ਨੇ, ਔਰ ਬਹੁਤ ਜ਼ਿਆਦਾ ਮਤਲਬ ਲੋਕ ਜਿੰਨੇ ਵੀ ਕਮੈਂਟਸ ਤੁਹਾਡੇ ਲਈ ਲਿਖੇ ਨੇ, ਬਹੁਤ ਜ਼ਿਆਦਾ ਤੁਹਾਡੀ ਤਾਰੀਫ ਵੀ ਸਾਰੇ ਕਰ ਰਹੇ ਨੇ, ਤੁਹਾਡੇ ਕੰਮ ਦੀ ਤਾਰੀਫ ਵੀ ਕਰ ਰਹੇ ਨੇ। ਉਹੀ ਕਹਿੰਦੇ ਨੇ ਕਿ ਅਗਰ ਬੰਦਾ ਆਪਣੇ ਮੂੰਹ ਵਡਿਆਈ ਨਹੀਂ ਕਰਦਾ, ਤੇ ਵਡਿਆਈ ਉਹੀ ਹੈ ਜਿਹੜੇ ਸਮਾਜ ਦੇ ਵਿੱਚ ਤੁਸੀਂ ਵਿਚਰ ਰਹੇ ਹੋ, ਸਮਾਜ ਤੁਹਾਡੀ ਵਡਿਆਈ ਕਰੇ, ਕਿ ਉਹਨਾਂ ਨੂੰ ਤੁਹਾਡੇ ਨਾਲ ਤੁਹਾਡੇ ਸਮਾਜ ਦੇ ਵਿੱਚ ਰਹਿਣ ਦੇ ਨਾਲ ਉਹਨਾਂ ਨੂੰ ਕੋਈ ਲਾਭ ਹੋ ਰਿਹਾ, ਉਹੀ ਤੁਹਾਡੀ ਵਡਿਆਈ ਹੈ, ਉਹੀ ਤੁਹਾਡੀ ਸੇਵਾ ਹੈ। ਔਰ ਪਰਮਾਤਮਾ ਵਾਹਿਗੁਰੂ ਜਿੱਦਾਂ ਤੁਸੀਂ ਕਿਹਾ ਕਿ ਤੁਹਾਡੇ ਕੋਲੋਂ ਆਪ ਨੇੜੇ ਹੋ ਕੇ ਸੇਵਾਵਾਂ ਲੈ ਰਹੇ ਨੇ, ਔਰ ਅਸੀਂ ਹਮੇਸ਼ਾ ਹੀ ਅਰਦਾਸ ਕਰਾਂਗੇ ਕਿ ਪਰਮਾਤਮਾ ਵਾਹਿਗੁਰੂ ਤੁਸੀਂ ਜਿੱਦਾਂ ਹੁਣ ਚੜ੍ਹਦੀ ਕਲਾ ਦੇ ਵਿੱਚ ਹੋ, ਹਮੇਸ਼ਾ ਹੀ ਤੁਹਾਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਦੇ ਵਿੱਚ ਹੀ ਰੱਖਣ, ਔਰ ਤੁਹਾਡੇ ਕੋਲੋਂ ਆਪਣੀਆਂ ਸੇਵਾਵਾਂ ਜਿਹੜੀਆਂ ਲੈਂਦੇ ਰਹਿਣ। ਔਰ ਇੱਕ ਬਾਣੀ ਚੈਨਲ ਦੇ ਵੱਲੋਂ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਮਾਂ ਵੀ ਕੱਢਿਆ, ਔਰ ਬਹੁਤ ਹੀ ਲਾਭਕਾਰੀ ਵਿਚਾਰ ਨੇ ਜਿਹੜੇ, ਬਹੁਤ ਹੀ ਵਡਮੁੱਲੇ ਵਿਚਾਰ ਜਿਹੜੇ ਹੁਣ ਦੀ ਨੌਜਵਾਨ ਪੀੜ੍ਹੀ ਦੇ ਲਈ ਸੇਧ ਸਾਬਿਤ ਹੋਣਗੇ, ਉਹ ਵਿਚਾਰ ਆ ਜਿਹੜੇ ਤੁਸੀਂ ਸਾਡੇ ਨਾਲ ਸਾਂਝੇ ਕੀਤੇ ਨੇ। ਇਹਦੇ ਲਈ ਵੀ ਮੈਂ ਤੁਹਾਡਾ ਇੱਕ ਬਾਣੀ ਚੈਨਲ ਦੀ ਪੂਰੀ ਟੀਮ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ।